स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट रजीव भास्कर जी और इंद्रप्रीत जी। मैं जी आया आखता बहुत बहुत शुक्रिया रंधावा जी। साਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਇੱਕ ਆਮ ਸਵਾਲ ਜਿਹੜਾ ਫਿਜ਼ਾ 'ਚ ਤੈਰ ਰਿਹਾ ਕਿ ਜਦੋਂ ਮੁੱਖ ਮੰਤਰੀ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਗੱਲਬਾਤ ਹੋ ਗਈ ਸੀ ਔਰ ਸਿਧਾਂਤਕ ਤੌਰ ਤੇ ਸਰਕਾਰ ਸਹਿਮਤ ਵੀ ਹੋ ਗਈ ਸੀ, ਤੇ ਆਖਰ ਕੀ ਗੱਲ ਹੋਈ ਕਿ ਕਿਸਾਨ ਜਥੇਬੰਦੀਆਂ ਦੇ ਇਸ ਅੰਦੋਲਨ ਨੂੰ ਰੋਕਣ ਦਾ ਫੈਸਲਾ ਲਿਆ ਗਿਆ। ਦੂਜੀ ਗੱਲ, ਗਵਰਨਰ ਪੰਜਾਬ ਨਾਲ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ 'ਚ ਸਹਿਮਤੀ ਦੇ ਨੇੜੇ ਗੱਲ ਬਣ ਗਈ ਸੀ। ਫਿਰ ਕੱਲ ਇੰਨਾ ਰੌਲਾ ਕਿਉਂ? ਇੱਕ ਮੌਤ ਹੋ ਜਾਂਦੀ ਹੈ, ਵੱਖ-ਵੱਖ ਥਾਵਾਂ ਤੇ ਕਿਸਾਨ ਰੋਕ ਲਏ ਜਾਂਦੇ ਜਿਹੜੇ ਚੰਡੀਗੜ੍ਹ ਵੱਲ ਨੂੰ ਵੱਧ ਰਹੇ ਸੀ। ਅੱਜ 22 ਤਰੀਕ ਚੰਡੀਗੜ੍ਹ ਦੇ ਬਰੂਹਾਂ ਦੇ ਉੱਤੇ ਕੀ ਕਿਸਾਨ ਪਹੁੰਚ ਸਕਣਗੇ? ਇਹ ਕਾਫੀ ਅਹਿਮ ਸਵਾਲ ਹੈ। ਕੀ ਸਰਕਾਰ ਕੋਲ ਕੋਈ ਇਸ ਤਰ੍ਹਾਂ ਦੀਆਂ ਇਨਪੁਟ ਸੀਗੀਆਂ ਕਿ ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਦੇ ਘਰ ਨੂੰ ਘੇਰ ਸਕਦੀਆਂ ਜਾਂ ਸਕੱਤਰੇਤ ਦਾ ਵੀ ਘੇਰਾ ਘੱਟ ਸਕਦੀਆਂ? ਕੀ ਦਿੱਲੀ ਵਾਂਗ ਪੰਜਾਬ ਦੇ ਚੰਡੀਗੜ੍ਹ ਦੇ ਬਾਰਡਰਸ ਦੇ ਉੱਤੇ ਲਗਾਤਾਰ ਮੋਰਚਾ ਲੱਗ ਸਕਦਾ, ਜਿਹੜਾ ਸਰਕਾਰ ਲਈ ਬਹੁਤ ਸੰਕਟਮਈ ਹੋ ਸਕਦਾ? ਕੀ ਇਹਨਾਂ ਇਨਪੁਟਸ ਤੇ ਚੱਲਦਿਆਂ ਅਤਿਆਤਨ ਕਾਰਵਾਈ ਕੀਤੀ, ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਕਾਫਲਿਆਂ ਨੂੰ ਰੋਕਿਆ ਗਿਆ? ਇਹ ਸਾਰੇ ਸਵਾਲ ਨੇ। ਕਿੰਨੇ ਕੁ ਟੋਲ ਪਲਾਜ਼ੇ ਬੰਦ ਕੀਤੇ ਗਏ ਨੇ ਜਾਂ ਮਤਲਬ ਖੋਲਤੇ ਗਏ ਨੇ ਲੋਕਾਂ ਲਈ, ਔਰ ਇਹਦੇ ਨਾਲ ਹੀ ਕਿ ਹੁਣ ਤਾਜ਼ਾ ਸਥਿਤੀ ਕੀ ਆ, ਤੁਹਾਡੇ ਨਾਲ ਸਾਂਝ ਪਾਉਣ ਨੇ। ਕਾਫੀ ਸਾਰੀਆਂ ਹੋਰ ਖਬਰਾਂ ਨਾਲ ਸ਼ਾਮਲ ਕਰਾਂਗੇ, ਜਿਹਦੇ ਵਿੱਚ CBI ED ਨੂੰ ਲੈ ਕੇ ਹੜ੍ਹਾਂ ਦੀ ਸਥਿਤੀ, ਕੈਚਮੈਂਟ ਏਰੀਆ ਡੈਮਾਂ ਦੇ ਉਹਨਾਂ 'ਚ ਕਿੰਨਾ ਕੁ ਪਾਣੀ ਆ ਕਿੰਨਾ ਕੁ ਸਕਦਾ, ਔਰ ਇਹਦੇ ਨਾਲ ਹੀ ਯਤਨ ਇਹ ਵੀ ਕਰਾਂਗੇ ਕਿ ਜਿਹੜਾ ਗੱਠਜੋੜ ਹੈ ਉਹਦੇ ਵਿੱਚ ਕੇਜਰੀਵਾਲ ਸਾਹਿਬ ਦੀ ਹਾਂ ਨੂੰ ਕਿਵੇਂ ਲਈਏ। ਸੰਨੀ ਦਿਓਲ ਹੁਣ ਇਲੈਕਸ਼ਨ ਨਹੀਂ ਲੜਨਗੇ, ਗੁਰਦਾਸਪੁਰੋਂ ਲਗਭਗ ਉਹਨਾਂ ਐਲਾਨ ਕਰਤਾ ਹੈ। ਸਾਰੇ ਮਾਮਲੇ ਲੈਣੇ ਆ। ਸੋ ਸਭ ਤੋਂ ਪਹਿਲਾਂ ਮੈਂ ਇੰਦਰਪ੍ਰੀਤ ਜੀ ਸਮਝਣਾ ਚਾਹੂੰਗਾ, ਪੰਜਾਬ ਨੇ ਕਿਸਾਨੀ ਅੰਦੋਲਨ ਦੇਖੇ ਨੇ ਔਰ ਬਹੁਤ ਵੱਡਾ ਅੰਦੋਲਨ ਦੇਖਿਆ, ਤੇ ਉਹਦੇ ਬਾਅਦ ਜਿਹੜੀ ਇਹ ਸਥਿਤੀ ਆ, ਸਰਕਾਰਾਂ ਵੀ ਨਹੀਂ ਉਤੋਂ ਸਬਕ ਲੈ ਰਹੀਆਂ ਤੇ ਕਿਸਾਨ ਜਥੇਬੰਦੀਆਂ ਵੀ ਮੈਨੂੰ ਲੱਗਦਾ ਕਿ ਥੋੜੀ ਕਾਹਲ 'ਚ ਨੇ। ਕਿਵੇਂ ਸਮਝੀਏ ਇਹਨੂੰ? ਰੰਧਾਵਾ ਸਾਹਿਬ ਦੇਖੋ, ਪਿਛਲੇ 1 ਮਹੀਨੇ 1.5 ਮਹੀਨੇ ਤੋਂ ਕਹੀਏ, ਹੁਣ ਆਪਾਂ 1 ਮਹੀਨੇ ਦੇ ਉੱਪਰ ਹੀ ਹੋ ਗਿਆ, 1 ਮਹੀਨੇ ਤੋਂ ਜਦੋਂ ਪੂਰੇ ਪੰਜਾਬ 'ਚ ਹੜ੍ਹਾਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਮੁੱਖ ਮੰਤਰੀ ਲਗਾਤਾਰ ਇਹ ਕਹਿ ਰਿਹਾ ਕਿ ਹਰ ਚੀਜ਼ ਦਾ ਮੁਆਵਜ਼ਾ ਦਿੱਤਾ ਜਾਏਗਾ, ਮਤਲਬ ਪਸ਼ੂ ਦੇ ਮਰਨ ਦਾ ਵੀ ਔਰ ਖੇਤੀ ਦੇ ਮਰਨ ਦਾ ਵੀ, ਔਰ ਇਹ ਲਿਸਟ ਵੀ ਤਿਆਰ ਕੀਤੀ ਗਈ ਹੈ। ਔਰ ਸਭ ਤੋਂ ਵੱਡਾ ਨੁਕਸਾਨ ਹੀ ਖੇਤੀ ਦਾ ਆਇਆ 607 ਕਰੋੜ ਰੁਪਏ ਦਾ। ਪਰ ਅੱਜ 1.5 ਮਹੀਨਾ ਬੀਤਣ ਤੋਂ ਬਾਵਜੂਦ ਵੀ ਇੱਕ ਵੀ ਪੈਸਾ ਜਿਹੜਾ ਹੈਗਾ ਲੋਕਾਂ ਨੂੰ ਨਹੀਂ ਮਿਲਿਆ ਹੈ, ਜਿਹਦੇ ਕਰਕੇ ਰੋਕ ਤਾਂ ਉਗਰ ਹੈਗੇ ਹੀ ਨੇ। ਦੂਸਰੇ ਪਾਸੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਓਪੋਜੀਸ਼ਨ ਵਾਲੀਆਂ ਹੈਗੀਆਂ ਨੇ, ਉਹ ਵੀ ਇਸ ਚੀਜ਼ ਨੂੰ ਹਵਾ ਦੇ ਹੀ ਰਹੀਆਂ ਨੇ, ਚਾਹੇ ਉਹ ਕਾਂਗਰਸ ਦੇ ਧਰਨੇ ਹੋਣ, ਚਾਹੇ ਅਕਾਲੀ ਦਲ ਦੀਆਂ ਸਟੇਟਮੈਂਟਾਂ ਹੋਣ। ਉਹਨਾਂ ਦੇ ਵੀ ਜਗ੍ਹਾ ਜਗ੍ਹਾ ਤੇ ਜਾ ਕੇ ਆਪਣੀ ਜਿਹੜੀ ਖੋਈ ਹੋਈ ਇੱਕ ਜ਼ਮੀਨ ਹੈ, ਰਾਜਨੀਤਿਕ ਜ਼ਮੀਨ ਹੈ, ਉਹਨੂੰ ਤਲਾਸ਼ਣ ਦੀ ਗੱਲ ਹੋਵੇ, ਉਹ ਵੀ ਇਹਨੂੰ ਥੋੜਾ ਜਿਹਾ ਹਵਾ ਤਾਂ ਦੇ ਹੀ ਰਹੀਆਂ ਨੇ। ਸੋ ਇਹਨੂੰ ਲੈ ਕੇ ਦੇਖੋ, ਪਹਿਲਾਂ ਮੁੱਖ ਮੰਤਰੀ ਨਾਲ, ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਗਵਰਨਰ ਸਾਹਿਬ ਨਾਲ, ਦੋਨੋਂ ਜਗ੍ਹਾ ਦੋਨੋਂ ਟੌਪ ਦੀਆਂ ਸੰਸਥਾਵਾਂ ਨਾਲ ਮੀਟਿੰਗ ਵੀ ਹੋਈ ਹੈ। ਪਰ ਇਸ ਤੋਂ ਬਾਵਜੂਦ ਵੀ ਇਹ ਬਹੁਤ ਜ਼ਿਆਦਾ ਸਖਤੀ ਵਰਤੀ ਗਈ ਹੈ। ਜਿੱਥੇ ਤੱਕ ਮੇਰੀ ਜਾਣਕਾਰੀ ਹੈਗੀ ਹੈ, ਉਹ ਇਹ ਹੈ ਕਿ ਮੁੱਖ ਮੰਤਰੀ ਨਾਲ ਜਦੋਂ ਮੀਟਿੰਗ ਹੋਈ ਸੀ, ਉਦੋਂ ਇਹ ਤੈਅ ਹੋ ਗਿਆ ਸੀਗਾ ਕਿ ਕਿਸਾਨਾਂ ਨੂੰ ਰੋਕਿਆ ਨਹੀਂ ਜਾਏਗਾ। ਵੀ ਠੀਕ ਹੈ, ਉਹਨਾਂ ਨੂੰ ਸ਼ਾਂਤਮਈ ਧਰਨਾ ਅਗਰ ਉਹਨਾਂ ਨੇ ਕਰਨਾ ਹੈ, ਕੋਈ ਪ੍ਰਦਰਸ਼ਨ ਕਰਨਾ ਹੈ ਔਰ ਚੰਡੀਗੜ੍ਹ ਦੇ ਵਿੱਚ ਜਾ ਕੇ ਕਰ ਲੈਣ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਰੂਟ ਸਾਨੂੰ ਦੱਸ ਦੇਣ ਤੇ ਰੂਟ ਦਾ ਖਿਆਲ ਰੱਖਣ। ਇਸ ਤੋਂ ਬਾਅਦ ਜਦੋਂ ਗਵਰਨਰ ਸਾਹਿਬ ਨਾਲ ਵੀ ਮੀਟਿੰਗ ਹੋਈ, ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਕਿਸਾਨ ਜਥੇਬੰਦੀਆਂ ਇਸ ਗੱਲ ਤੇ ਅੜੀਆਂ ਹੋਈਆਂ ਸੀ ਵੀ ਸਾਨੂੰ ਪਰੇਡ ਗਰਾਊਂਡ ਤੋਂ, ਅਸੀਂ ਪਰੇਡ ਗਰਾਊਂਡ 'ਚ ਕਰਨਾ ਚਾਹੁੰਦੇ ਹਾਂ। ਪਰ ਗਵਰਨਰ ਸਾਹਿਬ ਇਸ ਗੱਲ ਤੇ ਉੱਤੇ ਅੜੇ ਹੋਏ ਸੀ ਕਿ ਨਹੀਂ, ਤੁਸੀਂ ਲੋਕ 25 ਵਾਲਾ ਰੈਲੀ ਗਰਾਊਂਡ ਲੈ ਲਓ, ਇਸ ਤੋਂ ਇਲਾਵਾ ਕੋਈ ਹੋਰ ਜਗ੍ਹਾ ਨਹੀਂ ਮਿਲੇਗੀ। ਸੋ ਮੈਨੂੰ ਲੱਗਦਾ ਕਿ ਇਹਨਾਂ ਦੇ ਵਿੱਚ ਗੱਲ ਕਿਤੇ ਬਣੀ ਨਹੀਂ ਹੈ, ਗੱਲ ਸਿਰੇ ਚੜੀ ਨਹੀਂ ਹੈ। ਇਸ ਕਰਕੇ ਜਿਹੜਾ ਹੈਗਾ ਉਹ ਇਹ ਤੈਅ ਕੀਤਾ ਗਿਆ ਕਿਸਾਨ ਸੰਗਠਨਾਂ ਵੱਲੋਂ ਵੀ ਇੱਕ ਜਗ੍ਹਾ ਤੋਂ ਨਹੀਂ ਆਇਆ ਜਾਏਗਾ, ਚੌਤਰਫਾ ਆਇਆ ਜਾਏਗਾ। ਯਾਨੀ ਕਿ ਚੰਡੀਗੜ੍ਹ ਦੇ ਨੂੰ ਆਉਣ ਵਾਲੇ ਜਿੰਨੇ ਵੀ ਰਸਤੇ ਨੇ, ਉਹ ਸਾਰਿਆਂ ਤੋਂ ਟਰੈਕਟਰ ਆਉਣਗੇ। ਸੋ ਦੇਖੋ, ਜੇ ਇਸ ਤਰ੍ਹਾਂ ਦੀ ਸਥਿਤੀ ਆ ਜਾਂਦੀ ਹੈ ਰੰਧਾਵਾ ਸਾਹਿਬ, ਮੈਨੂੰ ਲੱਗਦਾ ਕਿ ਇਹ ਪ੍ਰਸ਼ਾਸਨ ਲਈ ਬਹੁਤ ਔਖੀ ਹੈ। ਮੈਂ ਕੱਲ ਵੀ ਸ਼ਾਮ ਨੂੰ ਜਿਹੜੀਆਂ ਸਾਡੇ ਫੋਟੋਗ੍ਰਾਫਰਸ ਨੇ ਫੋਟੋਆਂ ਭੇਜੀਆਂ ਸੀ ਜਾਂ ਹੋਰ, ਉਹ ਦੇਖ ਰਿਹਾ ਸੀ ਕਿ ਮੋਹਾਲੀ ਤੇ ਚੰਡੀਗੜ੍ਹ ਦੇ ਜਿਹੜੇ ਜਿੰਨੇ ਵੀ ਪੁਆਇੰਟ ਨੇ, ਉਹ ਸਾਰੇ ਮਤਲਬ ਉੱਥੇ ਕਾਫੀ ਸੁਰੱਖਿਆ ਕਰਮੀ ਲਗਾਤੇ ਗਏ ਹੈ। ਔਰ ਲੇਕਿਨ ਇਹ ਸਮਝ ਨਹੀਂ ਆਇਆ ਕਿ ਜਦੋਂ ਗਵਰਨਮੈਂਟ ਨੇ ਤੈਅ ਕਰ ਲਿਆ ਸੀਗਾ ਕਿ ਬਈ ਈਜ਼ੀਲੀ ਆ ਜਾਣ ਦੋ, ਤਾਂ ਫਿਰ ਸੰਗਰੂਰ ਕਲੈਸ਼ ਕਿਉਂ ਹੋਇਆ? ਸੰਗਰੂਰ ਕਲੈਸ਼ ਦੇ ਪਿੱਛੇ ਕਾਰਨ ਕੀ ਰਹੇ ਨੇ? ਇਹ ਜਿਹੜਾ ਹੈਗਾ ਇੱਕ ਸਵਾਲ ਖੜਾ ਹੋਇਆ। ਦੂਜੀ ਗੱਲ, ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਵੀ ਇਹ ਹੋਇਆ ਕਿਉਂ, ਮਤਲਬ ਇਹ ਨੌਬਤ ਹੀ ਕਿਉਂ ਆ ਰਹੀ ਹੈ?
ਆਲਰੇਡੀ ਅਸੀਂ 2-3 ਸਾਲ ਪਹਿਲਾਂ ਕਿਸਾਨ ਅੰਦੋਲਨ ਦੇਖ ਚੁੱਕੇ ਹਾਂ ਵੱਡਾ, ਇੰਨੀ ਜ਼ਿਆਦਾ ਮਤਲਬ ਰੋਕਾਂ ਦੇ ਬਾਵਜੂਦ ਕਿਸਾਨ ਸੰਗਠਨ ਉੱਥੇ ਪਹੁੰਚੇ, ਔਰ ਇਹੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਅੱਜ ਕੱਲ੍ਹ ਸੱਤਾ ਦੇ ਵਿੱਚ ਨੇ, ਇਹੀ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਉਦੋਂ ਸਮਰਥਨ ਵੀ ਦਿੰਦੀਆਂ ਰਹੀਆਂ ਨੇ ਔਰ ਇਹਨਾਂ ਦੀਆਂ ਮੰਗਾਂ ਨੂੰ ਜਾਇਜ਼ ਵੀ ਠਹਿਰਾਉਂਦੀਆਂ ਰਹੀਆਂ ਨੇ। ਫਿਰ ਅੱਜ ਹੀ ਉਹ ਮੰਗਾਂ ਨਜਾਇਜ਼ ਕਿਵੇਂ ਹੋ ਸਕਦੀਆਂ ਨੇ? ਸੋ ਜੀ ਇਹ ਇੱਕ ਸੋਚਣ ਵਾਲੀ ਗੱਲ ਹੈ ਕਿ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਹਵਾ ਦਿੰਨੇ ਆ ਤਾਂ ਕਦੇ ਕਦੇ ਇਹ ਚੀਜ਼ ਸਾਡੇ ਉੱਤੇ ਵੀ ਆਊਗੀ। ਜਦੋਂ ਅਸੀਂ ਸੱਤਾ ਚ ਆ ਜਾਵਾਂਗੇ ਤਾਂ ਸਾਨੂੰ ਉਹ ਨਜ਼ਰੀਏ ਤੋਂ ਵੀ ਦੇਖਣ ਦੀ ਲੋੜ ਹੈ। ਆਪਾਂ ਬਹੁਤ ਵਾਰ ਗੱਲ ਕਰਦੇ ਹਾਂ ਵੀ ਜਦੋਂ ਕਿਸੇ ਚੀਜ਼ ਦੀ ਚਿੰਤਾ ਸਤਾਈ ਜਾਂਦੀ ਹੈ, ਉਹ ਕੱਲੀ ਵਿਰੋਧੀ ਪਾਰਟੀਆਂ ਨੂੰ ਹੁੰਦੀ ਹੈ, ਬਾਕੀ ਕਿਸੇ ਨੂੰ ਨਹੀਂ ਹੁੰਦੀ। ਜਿਹੜੀ ਪਾਰਟੀ ਸੱਤਾ ਚ ਆ ਗਈ, ਉਹ ਚਾਹੇ ਜਿਹੜੀ ਮਰਜ਼ੀ ਪਾਰਟੀ ਹੋਵੇ, ਉਹਨੂੰ ਫਿਰ ਉਹ ਇਹੀ ਚਿੰਤਾਵਾਂ ਜਿਹੜੀਆਂ ਨੇ ਉਹਨਾਂ ਦੀਆਂ ਕਾਫੂਰ ਹੋ ਜਾਂਦੀਆਂ ਨੇ ਤੇ ਉਹੀ ਉਹਨਾਂ ਨੂੰ ਲੱਗਦਾ ਕਿ ਯਾਰ ਇਹ ਕਿਸਾਨ ਜ਼ਿਆਦਤੀ ਕਰ ਰਿਹਾ, ਅਸੀਂ ਹਰ ਇਹਨਾਂ ਦੀ ਮੰਗਾਂ ਮੰਨਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ, ਪ੍ਰਯਾਸ ਵੀ ਕਰ ਰਹੇ ਹਾਂ, ਪਰ ਫਿਰ ਵੀ ਇਹ ਹਟ ਨਹੀਂ ਰਹੇ, ਟਲ ਨਹੀਂ ਰਹੇ। ਇੰਦਰਪ੍ਰੀਤ ਜੀ, ਇਹਦੇ ਵਿੱਚ ਸਭ ਤੋਂ ਇਸ ਵੇਲੇ ਜਿਹੜਾ ਸਭ ਤੋਂ ਅਹਿਮ ਸਵਾਲ ਹੈ ਉਹ ਸੀਗਾ ਕਿ ਜਦੋਂ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਇਹ ਪ੍ਰਿੰਸੀਪਲੀ ਸੋਚ ਲਿਆ ਗਿਆ, ਸਿਧਾਂਤਕ ਤੌਰ ਤੇ ਫੈਸਲਾ ਲਿਆ ਗਿਆ ਕਿ ਪ੍ਰਦਰਸ਼ਨ ਕਰਨ ਦਿੱਤਾ ਜਾਵੇ। ਔਰ ਪੰਜਾਬ ਦੇ ਵਿੱਚ ਇਹ ਰਵਾਇਤ ਵੀ ਹੈ ਕਿ ਹੁਣ ਤੱਕ ਕਿਸਾਨ ਜਥੇਬੰਦੀਆਂ ਨਾਲ ਟਕਰਾਅ ਗਵਰਨਮੈਂਟ ਲੈਂਦੀ ਨਹੀਂ ਆ ਰਹੀ। ਪਿਛਲੇ ਲਗਭਗ ਕੁਝ ਸਾਲਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਨਾਲ ਸਿੱਧਾ ਟਕਰਾਅ ਕੋਈ ਸਰਕਾਰ ਵੀ ਨਹੀਂ ਚਾਹ ਰਹੀ। ਕੈਪਟਨ ਅਮਰਿੰਦਰ ਸਿੰਘ ਤਾਂ ਈਵਨ ਉਹਨਾਂ ਦੇ ਸਹਿਯੋਗੀ ਹੋ ਕੇ ਉਹਨਾਂ ਨੂੰ ਦਿੱਲੀ ਵੱਲ ਤੋਰ ਆਏ ਸੀ, ਔਰ ਬਾਅਦ ਦੇ ਵਿੱਚ ਵੀ ਭਾਰਤ ਸਰਕਾਰ ਜਦੋਂ ਗੱਲਬਾਤ ਚਲਾ ਰਹੀ ਸੀ ਤੇ ਪੰਜਾਬ ਦੇ ਅਫਸਰਾਂ ਨੂੰ, ਪੰਜਾਬ ਦੇ ਪੋਲੀਟੀਸ਼ੀਅਨਸ ਨੂੰ ਵਿੱਚ ਪਾਇਆ ਜਾਂਦਾ ਸੀਗਾ। ਸੋ ਮੈਂ ਇੱਥੇ ਥੋੜਾ ਜਿਹਾ ਸਮਝਣ ਤੋਂ ਅਸਮਰਥ ਹੋ ਰਿਹਾ ਕਿ ਕੀ ਗਵਰਨਮੈਂਟ ਕੋਲ ਕੋਈ ਇਨਪੁਟ ਸੀਗੀਆਂ, ਕੋਈ ਕੇਂਦਰ ਦੀਆਂ ਇਨਪੁਟ ਸੀ ਜਾਂ ਆਪਣੀਆਂ ਏਜੰਸੀਆਂ ਦੀਆਂ, ਕਿ ਇਹ ਕਿਸਾਨ ਆ ਕੇ ਕੋਈ ਹੋਰ ਐਕਟ ਵੀ ਕਰ ਸਕਦੇ ਆ, ਚੰਡੀਗੜ੍ਹ ਦੇ ਵਿੱਚ ਉਹ ਸਕੱਤਰੇਤ ਨੂੰ ਜਾਮ ਕਰ ਸਕਦੇ ਆ, ਮੁੱਖ ਮੰਤਰੀ ਦੇ ਘਰ ਨੂੰ ਘੇਰ ਸਕਦੇ ਆ, ਜਾਂ ਇੰਜ ਲੱਗਦਾ ਸੀਗਾ ਕਿ ਜਿਵੇਂ ਗਵਰਨਰ ਨਾਲ ਮੀਟਿੰਗ ਤੋਂ ਬਾਅਦ ਜੇ ਮੰਨ ਲਓ ਚੰਡੀਗੜ੍ਹ ਦੇ ਵਿੱਚੋਂ ਵੜ ਜਾਂਦੇ ਨੇ ਤੇ ਫਿਰ ਚੰਡੀਗੜ੍ਹ ਦੇ ਵਿੱਚੋਂ ਕੱਢਣਾ ਉਹਨਾਂ ਨੂੰ ਬਹੁਤ ਹੋਊਗਾ, ਔਰ ਇਹ ਚਿੰਤਾ ਕੇਂਦਰ ਦੀ ਵੀ ਹੋ ਸਕਦੀ ਹੈ, ਔਰ ਕੇਂਦਰ ਨੇ ਮੁੱਖ ਮੰਤਰੀ ਨੂੰ ਇਸ ਤਰੀਕੇ ਨਾਲ ਅਗਾਹ ਕੀਤਾ ਹੋਵੇ ਜਾਂ ਸਟੇਟ ਮਸ਼ੀਨਰੀ ਨੂੰ ਕਿ ਇਹਨਾਂ ਨੇ ਸੰਗਰੂਰ ਵਾਲੇ ਪਾਸਿਓਂ, ਕਿਉਂਕਿ ਉੱਥੇ ਜਿਹੜਾ ਧੜਾ ਉਗਰਾਹਾਂ ਨਾਲੋਂ ਟੁੱਟ ਕੇ ਆਇਆ, ਉਹਦਾ ਸਮਰਥਨ ਜਿਹੜੀ ਇਹ ਜਥੇਬੰਦੀ ਆ, ਮਝੈਲਾਂ ਦੀ ਜਥੇਬੰਦੀ ਹੈਗੀ ਆ, ਉਹਦੇ ਨਾਲ ਉਹਨਾਂ ਦਾ ਤਾਲਮੇਲ ਹੈ। ਇਹ 16 ਜਥੇਬੰਦੀਆਂ ਚੋਂ ਵੀ ਸ਼ਾਮਲ ਹੈ। ਉਗਰਾਹਾਂ ਤੋਂ ਟੁੱਟੇ ਲੋਕ ਜਿਹੜੇ ਨੇ ਔਰ ਉਹਨਾਂ ਦੀ ਸਟਰੈਂਥ ਕਾਫੀ ਆ। ਸੋ ਜਿਹੜੇ ਜਿੱਦਾਂ ਲੋਕ ਭਰਵੇਂ ਤਰੀਕੇ ਨਾਲ ਆ ਰਹੇ ਸੀ ਤੇ ਉਹਦੇ ਤੋਂ ਡਰ ਪੈਦਾ ਹੋ ਗਿਆ ਵੀ ਜੇ ਇਹ ਚੰਡੀਗੜ੍ਹ ਦੇ ਨੇੜੇ ਆ ਜਾਂਦੇ ਆ ਤੇ ਏਜੰਡਾ ਇਹਨਾਂ ਦਾ ਚੰਡੀਗੜ੍ਹ 'ਚ ਮਾਰਚ ਕਰਨ ਦਾ ਤੇ ਮੋਰਚੇ ਦਾ, ਇਹਨਾਂ ਨੂੰ ਬੈਰੀਅਰ ਤੇ ਰੋਕਣਾ ਔਖਾ ਹੋ ਜਾਊਗਾ, ਉੱਥੇ ਜ਼ਿਆਦਾ ਨੁਕਸਾਨ ਹੋ ਸਕਦਾ ਔਰ ਇਹ ਬੈਰੀਕੇਡਿੰਗ ਤੋੜ ਸਕਦੇ ਨੇ ਤੇ ਇਹ ਜਾ ਕੇ ਮੁੱਖ ਮੰਤਰੀ ਦਾ ਘਰ ਜਾਂ ਸਕੱਤਰੇਤ ਨੂੰ ਜਾਮ ਕਰ ਸਕਦੇ ਆ। ਤੁਹਾਨੂੰ ਲੱਗਦਾ ਇਹ ਡਰ ਦੇ ਵਿੱਚੋਂ ਇਹਨਾਂ ਨੇ ਅਤਿਆਤਨ ਪਹਿਲਾਂ ਹੀ ਜਿਹੜਾ ਉਹ ਜ਼ਿਆਦਾ ਸਖਤੀ ਵਰਤੀ? ਬਿਲਕੁਲ, ਜਿਸ ਤਰ੍ਹਾਂ ਇਹ ਗੱਲ ਹੋ ਰਹੀ ਨੇ ਕਿ ਟਰੈਕਟਰ ਲੈ ਕੇ ਆ ਰਹੇ, ਟਰੈਕਟਰ ਮਾਰਚ ਉਹਨਾਂ ਨੇ ਕੱਢਣਾ ਹੈ। ਸੋ ਟਰੈਕਟਰਾਂ ਦੇ ਅੱਗੇ ਤਾਂ ਜ਼ੋਰ ਬਹੁਤ ਘੱਟ ਫਿਰ ਉਹਦਾ ਚੱਲਦਾ, ਫਿਰ ਉਹਦੇ ਲਈ ਉਹ ਤੋੜ ਪਹਿਲਾਂ ਵੀ ਆਪਾਂ ਦੇਖ ਚੁੱਕੇ ਹਾਂ। ਜਿਹੜੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਜਿੰਨੀਆਂ ਰੋਕਾਂ ਟੁੱਟੀਆਂ ਨੇ ਉਹਨਾਂ 'ਚ ਟਰੈਕਟਰਾਂ ਨੇ ਇੱਕ ਅਹਿਮ ਰੋਲ ਅਦਾ ਕੀਤਾ ਹੈ। ਸੋ ਇੱਥੇ ਵੀ ਅਗਰ ਟਰੈਕਟਰ ਲੈ ਕੇ ਆਉਂਦੇ ਤਾਂ ਫਿਰ ਜਿਹੜੀਆਂ ਰੋਕਾਂ ਹੈਗੀਆਂ ਨੇ, ਇਹ ਬੈਰੀਕੇਡਸ ਤੋੜਨੇ ਉਹਨਾਂ ਲਈ ਕੋਈ ਔਖੇ ਨਹੀਂ ਹੈ ਜੇ ਉਹ ਕਿਸਾਨ ਸੰਗਠਨ ਔਰ ਪਿੱਛੇ ਇੰਨਾ ਹਜ਼ੂਮ ਸਮਝ ਲਓ ਕਿਸਾਨਾਂ ਦਾ ਜਿਹੜਾ ਲੋਕ ਬਲ ਵੀ ਹੈਗਾ ਤੇ ਫਿਰ ਉਹਨਾਂ ਕੋਲ ਟਰੈਕਟਰ ਵੀ ਹੈਗੇ ਤਾਂ ਫਿਰ ਤਾਂ ਤੋੜਨਾ ਕੋਈ ਔਖਾ ਹੈ ਹੀ ਨਹੀਂ, ਫਿਰ ਤਾਂ ਲਗਾਉਣਗੇ ਧਰਨੇ ਇੱਥੇ। ਸੋ ਮੇਰਾ ਸਵਾਲ ਬੁਨਿਆਦੀ ਉਹੀ ਹੈ ਕਿ ਅਸੀਂ ਇਹਨਾਂ ਨੌਬਤਾਂ ਤੱਕ ਆਣ ਕਿਉਂ ਦਿੰਦੇ ਹਾਂ? ਅਸੀਂ ਪਹਿਲਾਂ ਹੀ ਉਸ ਨੌਬਤ ਨੂੰ ਥੱਲੇ ਹੀ ਕਿਉਂ ਨਹੀਂ ਉਹਨਾਂ ਨਾਲ ਗੱਲਬਾਤ ਰਾਹੀਂ ਹੱਲ ਕਰਦੇ? ਜਿਵੇਂ ਤੁਸੀਂ ਦੇਖੋ ਕਿਸਾਨ ਅੰਦੋਲਨ ਬੇਸ਼ੱਕ ਖਤਮ ਹੋ ਗਿਆ, ਬਿੱਲ ਉਹ ਹੋ ਗਿਆ, ਬਿੱਲ ਤੋਂ ਬਾਅਦ ਜਿਹੜੀਆਂ ਚੀਜ਼ਾਂ ਤੈਅ ਕੀਤੀਆਂ ਗਈਆਂ ਸੀ ਵੀ ਐਮਐਸਪੀ ਲਈ ਕਮੇਟੀ ਬਣਾਈ ਜਾਏਗੀ, ਉਹ ਅੱਜ ਕਮੇਟੀ ਦਾ ਕੁਝ ਪਤਾ ਹੀ ਨਹੀਂ ਹੈ। ਅੰਦੋਲਨ ਖਤਮ ਹੋਏ ਨੂੰ 2 ਸਾਲ ਹੋਣ ਵਾਲੇ ਹੋ ਗਏ ਹੈ ਤਾਂ ਤੁਸੀਂ ਦੇਖੋ ਕਮੇਟੀ ਕਿੱਥੇ ਹੈ। ਸੋ ਜਦੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਕਾਰਾਂ ਇਸ ਤਰ੍ਹਾਂ ਦੇ ਧੋਖਾਧੜੀਆਂ ਕਰਦੀਆਂ ਨੇ, ਉਹਦੇ ਨਾਲ ਐਕਚੁਅਲੀ ਲੋਕ ਫਿਰ ਜ਼ਿਆਦਾ ਨਿਰਾਸ਼ਾ ਵੱਲ ਵੱਧਦੇ ਹੈ। ਉਹਨਾਂ ਦਾ ਕਹਿਣਾ ਕਿ ਸਾਨੂੰ ਯਾਰ ਅਸੀਂ ਕੋਈ ਮੈਕਸਿਮਮ ਸਪੋਰਟ ਪ੍ਰਾਈਸ ਥੋੜੀ ਤੁਹਾਡੇ ਤੋਂ ਮੰਗ ਰਹੇ ਹਾਂ, ਅਸੀਂ ਤਾਂ ਮਿਨੀਮਮ ਸਪੋਰਟ ਪ੍ਰਾਈਸ ਮੰਗ ਰਹੇ ਹਾਂ, ਸਾਡੀ ਚੀਜ਼ਾਂ ਦੀ ਖਰੀਦ ਹੋਵੇ, ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਮਿਲ ਜੇ। ਹੁਣ ਇਹ ਵੀ ਅਗਰ ਕਿਸਾਨ ਮਤਲਬ ਸਰਕਾਰਾਂ ਨੂੰ ਜ਼ਿਆਦਾ ਲੱਗ ਰਿਹਾ ਤਾਂ ਮੈਨੂੰ ਲੱਗਦਾ ਕਿ ਫਿਰ ਤਾਂ ਕੋਈ ਵੀ ਹੋਰ ਮੰਗ ਇਹ ਜੀ ਹੈ ਹੀ ਨਹੀਂ ਜਿਹੜੀ ਮੰਗੀ ਜਾ ਸਕਦੀ ਹੋਵੇ। ਫਿਰ ਤੁਸੀਂ ਦੇਖੋ ਅਸੀਂ ਹੜ੍ਹਾਂ ਬਾਰੇ ਵੀ ਇਸੇ ਤਰ੍ਹਾਂ ਹੀ ਕਿਹਾ ਵੀ ਹੜ੍ਹਾਂ ਦਾ ਮੁਆਵਜ਼ਾ ਦਿੱਤਾ ਜਾਏਗਾ, ਅਸੀਂ ਉਸ ਤੇ ਕੋਈ ਗੱਲ ਹੀ ਨਹੀਂ ਕਰ ਰਹੇ ਵੀ ਕਮ ਸੇ ਕਮ ਉਹਨਾਂ ਨੂੰ ਜਿਹੜੀ ਨਵੀਂ ਕਿਸੇ ਨੇ ਫਸਲ ਲਗਾਣੀ ਹੈ ਉਹਦੇ ਲਈ ਤਾਂ ਇਮਦਾਦ ਦਿਓ। ਇੱਕ ਇਹ ਕਿੰਨਾ ਕੁ ਔਖਾ ਕੰਮ ਹੈ ਵੀ ਅਸੀਂ ਯਾਰ ਜਿਹੜੇ ਤੁਹਾਡੇ ਇਸ ਟੈਨਿਓਰ ਦੇ ਕਰਜ਼ੇ ਹੈਗੇ ਆ ਅਸੀਂ ਇਹਨਾਂ ਨੂੰ ਅੱਗੇ ਪਾ ਦਿੰਦੇ ਹਾਂ ਕਿ, ਔਰ ਇਹ ਹੁੰਦਾ ਰਿਹਾ ਪਹਿਲਾਂ ਵੀ ਕਈ ਵਾਰ ਹੁੰਦਾ ਰਿਹਾ ਹੈ ਜਦੋਂ ਫਸਲ ਕੋਈ ਬਰਬਾਦ ਹੋ ਜਾਂਦੀ ਹੈ ਔਰ ਉਦੋਂ ਸਰਕਾਰਾਂ ਇਹ ਕਦਮ ਉਠਾਉਂਦੀਆਂ ਨੇ ਤੇ ਹਜੇ ਤੱਕ ਨਹੀਂ ਚੁੱਕੇ ਗਏ।
ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਅਗਰ ਅਸੀਂ 10 ਚੋਂ ਮੰਨ ਲਓ 5 ਵੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਹੁੰਦੀਆਂ ਨੇ ਉਹਨੂੰ ਮੰਨ ਲੈਂਦੇ ਆ, ਤਾਂ ਫਿਰ ਕਿਸਾਨ ਵੀ ਥੋੜਾ ਜਿਹਾ ਪੈਸੀਫਾਈ ਹੋ ਜਾਂਦੇ ਨੇ। ਪਰ ਜਦੋਂ ਅਸੀਂ ਇੱਕ ਵੀ ਨਹੀਂ ਮੰਨਦੇ ਤੇ ਫਿਰ ਕਿਸਾਨਾਂ ਤੋਂ ਅਸੀਂ ਇਹ ਆਸ ਵੀ ਰੱਖੀਏ ਵੀ ਉਹ ਚੁੱਪਚਾਪ ਘਰਾਂ 'ਚ ਹੀ ਬੈਠੇ ਰਹਿਣਗੇ, ਤੇ ਸੰਭਵ ਨਹੀਂ ਹੁੰਦਾ ਕਿ ਕੋਈ ਬੰਦਾ ਹੜ੍ਹਾਂ ਨਾਲ ਮਾਰ ਵੀ ਖਾਈ ਜਾਵੇ ਤੇ ਚੁੱਪਚਾਪ ਹੀ ਘਰੇ ਬੈਠਾ ਰਹੇ। ਇਹ ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਚੱਲ ਸਕਦੀਆਂ। ਭਾਸਕਰ ਸਾਹਿਬ ਵੱਲ ਜਾਣ ਤੋਂ ਪਹਿਲਾਂ ਮੈਂ ਥੋੜੀ ਜਿਹੀ ਕਲੈਰੀਫਿਕੇਸ਼ਨ ਦੇਣਾ ਚਾਹੂੰਗਾ। ਕੱਲ ਸ਼ਾਮ ਦੇ ਚੱਲਦੇ ਪ੍ਰੋਗਰਾਮ ਦੌਰਾਨ ਜਦੋਂ ਇਹ ਖਬਰ ਆਈ, ਸਰਦਾਰ ਹਮੀਰ ਸਿੰਘ ਨੂੰ ਸੂਚਿਤ ਕੀਤਾ ਕਿਸੇ ਕਿਸਾਨ ਆਗੂ ਨੇ ਕਿ ਸੰਗਰੂਰ ਵੱਲ ਲੌਂਗੋਵਾਲ ਦੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ ਆ, ਤਾਂ ਮੁੱਢਲੇ ਤੌਰ ਤੇ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਪੁਲਿਸ ਦੇ ਵਾਹਨ ਥੱਲੇ ਲੱਤਾਂ ਆ ਗਈਆਂ, ਲੇਕਿਨ ਦਰਅਸਲ ਇਹ ਇਸ ਤਰ੍ਹਾਂ ਨਹੀਂ ਸੀ। ਇਹ ਟਰੈਕਟਰ ਟਰਾਲੀ ਦੇ ਥੱਲੇ ਉਸ ਕਿਸਾਨ ਨੂੰ ਆ ਗਏ ਆਟੋਮੈਟਿਕਲੀ, ਔਰ ਫਿਰ ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਹੋ ਹੀ ਮਾਮਲੇ ਨਾ, ਡਿਸਪਲਿਨ ਕਾਇਮ ਨਹੀਂ ਰਹਿੰਦੇ, ਧੱਕੇ ਧੋੜਿਆਂ ਦੇ ਵਿੱਚ ਬਜ਼ੁਰਗ ਵਿਅਕਤੀ ਭੱਜ ਨੱਠ ਕੇ ਇੱਧਰ ਉੱਧਰ ਨਹੀਂ ਹੁੰਦੇ, ਟਰੈਕਟਰ ਨਠਾ ਕੇ ਅੱਗੇ ਲੈ ਕੇ ਜਾਣੇ, ਸਾਰੀਆਂ ਚੀਜ਼ਾਂ। ਸੋ ਇਹ ਚੀਜ਼ਾਂ ਕਈ ਵਾਰੀ ਆਪਣਾ ਨੁਕਸਾਨ ਵੀ ਕਰਦੀਆਂ ਨੇ, ਔਰ ਇੱਕ ਕੀਮਤੀ ਜਾਨ ਅੰਜਾਈ ਚਲੇਗੀ। ਹੁਣ ਇਹ ਵੀ ਇੱਕ ਮਸਲਾ ਬਣਨਾ ਹੈ। ਪਰ ਭਾਸਕਰ ਸਾਹਿਬ, ਮੈਂ ਜਾਣਾ ਚਾਹੂੰਗਾ ਇਸ ਮਾਮਲੇ ਤੇ ਕਿ ਪੰਜਾਬ ਦੇ ਵਿੱਚ ਮੂਲ ਮੁੱਦਿਆਂ ਨੂੰ ਐਡਰੈਸ ਨਹੀਂ ਕੀਤਾ ਜਾਂਦਾ। ਮੈਂ ਜੇ ਨਸ਼ੇ ਨੂੰ ਲਵਾਂ ਤੇ ਲਗਭਗ ਤੀਜੀ ਚੌਥੀ ਸਰਕਾਰ ਦਾ ਇਹ ਸਮਾਂ ਹੈ ਜਦੋਂ ਇਹ ਕਿਹਾ ਗਿਆ ਕਿ ਨਸ਼ਾ ਬੜੀ ਵੱਡੀ ਸਮੱਸਿਆ, ਤੇ ਸਮੱਸਿਆ ਸਾਡੇ ਸਾਹਮਣੇ ਵਿਕਰਾਲ ਰੂਪ ਚ ਆਈ ਵੀ ਹੈ, ਐਡਰੈਸ ਨਹੀਂ ਹੋਇਆ ਮਾਮਲਾ। ਬੇਅਦਬੀਆਂ ਦਾ ਮਾਮਲਾ ਐਡਰੈਸ ਨਹੀਂ ਹੋਇਆ। ਇਸੇ ਤਰ੍ਹਾਂ ਹੋਰ ਕਈ ਮਾਮਲੇ ਨੇ, ਬੇਰੁਜ਼ਗਾਰੀ ਤੋਂ ਲੈ ਕੇ ਹੋਰ ਪੰਜਾਬ ਦੇ ਵਿੱਚ ਮਤਲਬ ਕੋਈ ਇਸ ਤਰ੍ਹਾਂ ਦੀ ਡਿਵੈਲਪਮੈਂਟ ਵਰਗੇ ਪ੍ਰੋਸੈਸ ਦੇ ਵਿੱਚ ਕੁਝ ਨਹੀਂ ਹੈ। ਸਾਰਾ ਫ੍ਰੀ ਬੀਸ ਤੇ ਹੀ ਚੱਲਦਾ ਹੈ ਕਿ ਸਾਰੇ ਲਾਰੇ ਲੱਪੇ। ਲੋਕਾਂ ਦੇ ਅੰਦਰ ਬੇਚੈਨੀਆਂ ਵੱਧ ਰਹੀਆਂ। ਜਿਹੜੇ ਤਾਂ ਲੋਕ ਜਾ ਸਕਦੇ ਆ, ਕੁਝ ਗਲਫ ਕੰਟਰੀਜ਼ ਨੂੰ ਚਲੇ ਜਾਂਦੇ ਆ ਰਹਿੰਦੇ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਰਪ। ਹੁਣ ਉੱਥੇ ਵੀ ਤਾਂ ਫਰਸਟ੍ਰੇਸ਼ਨ ਬਹੁਤ ਹੈ ਸਾਰੀ ਜਗ੍ਹਾ ਤੇ। ਉਹ ਐਂਡ ਆਫ ਦਾ ਡੇ ਸਾਡੇ ਰੂਟਸ ਵੱਲ ਨੂੰ ਆਉਂਦੀ ਹੈ। ਹੁਣ ਕਿਸਾਨ ਜਥੇਬੰਦੀਆਂ ਦਾ ਸਮਰਥਨ ਕਿੱਥੋਂ ਆ ਰਿਹਾ? ਹੁਣ ਵੇਖਣ ਵਾਲੀ ਗੱਲ ਤਾਂ ਇਹ ਹੈ ਨਾ ਕਿ ਜਦੋਂ ਪੂਰੀ ਤਰ੍ਹਾਂ ਸਿਆਸੀ ਪਾਰਟੀਆਂ ਲੋਕਾਂ ਦੀ ਅਗਵਾਈ ਕਰਨ 'ਚ ਸਮਰਥ ਨੇ, ਕੋਈ ਅੰਦੋਲਨ ਨਹੀਂ ਕਰ ਪਾਉਂਦੀਆਂ, ਕੋਈ ਧਰਨੇ ਨਹੀਂ ਲਾ ਪਾਉਂਦੀਆਂ। ਅਕਾਲੀ ਦਲ ਦਾ ਬੜਾ ਵੱਡਾ ਇਹ ਖਾਸਾ ਹੁੰਦਾ ਸੀ ਕਿ ਉਹ ਜਦੋਂ ਮਰਜ਼ੀ ਡੀਸੀ ਦਫ਼ਤਰਾਂ ਦੇ ਬਾਹਰ ਜਾਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਾਂ ਚੰਡੀਗੜ੍ਹ, ਸੋ ਜਿਹੜੀ ਉਹ ਅਣਹੋਂਦ ਆ, ਲੋਕਾਂ ਨੂੰ ਲੱਗਦਾ ਹੈ ਕਿ ਕੋਈ ਸਟਰਗਲ ਹੈ ਨਹੀਂ ਤੇ ਅਸੀਂ ਮਰ ਰਹੇ ਹਾਂ। ਔਰ ਇਹ ਜਦੋਂ ਹੱਟੀਆਂ ਪੱਠੀਆਂ ਤੇ ਗੱਲਾਂ ਹੁੰਦੀਆਂ ਨੇ, ਜਦੋਂ ਇਹ ਮਹਿਫਲਾਂ ਦੇ ਵਿੱਚ ਮੜੀਆਂ ਮਕਾਣਾਂ 'ਚ ਗੱਲਾਂ ਹੁੰਦੀਆਂ ਨੇ, ਇਸ ਗੱਲਾਂ ਹੀ ਇਹੀ ਹੁੰਦੀਆਂ ਵੀ ਕੀ ਬਣੂਗਾ ਯਾਰ। ਸੋ ਇਹ ਜਿਹੜੀ ਕੀ ਬਣੂਗਾ ਯਾਰ ਵਾਲੀ ਗੱਲ ਜਦੋਂ ਕਿਧਰੇ ਕੋਈ ਅੰਦੋਲਨ ਦੇ ਰੂਪ 'ਚ ਕੋਈ ਵੀ ਧਿਰ ਵੱਧਦੀ ਹੈ, ਜਿਹੜੀ ਦਮ ਦਿਖਾ ਰਹੀ ਹੁੰਦੀ ਹੈ, ਸਾਰੇ ਉਹਦੇ ਮਗਰ ਹੋ ਲੈਂਦੇ ਆ। ਸੋ ਇਹ ਜਿਹੜੀ ਇਸ ਵੇਲੇ ਦੀ ਸਥਿਤੀ ਬਣੀ ਹੋਈ ਆ, ਇਹਨੂੰ ਸਰਕਾਰ ਨੂੰ ਸੰਵੇਦਨਸ਼ੀਲਤਾ ਨਾਲ ਸਿੱਝਣ ਦੀ ਲੋੜ ਸੀ, ਕਿਉਂਕਿ ਪਤਾ ਨਹੀਂ ਹੁੰਦਾ ਕਿ ਕਿਨੇ ਕਿਵੇਂ ਭਾਂਬੜ ਬਣ ਜਾਣਾ। ਇਹ ਕਾਫੀ ਵੱਡਾ ਮਾਮਲਾ ਹੈ ਜੀ। ਬਿਲਕੁਲ ਬਹੁਤ ਵੱਡਾ ਮਾਮਲਾ, ਔਰ ਖਾਸ ਕਰਕੇ ਤਦ ਜਦ ਸਰਕਾਰ ਤੇ ਕਿਸਾਨ ਯੂਨੀਅਨ ਜਾਂ ਕਹੀਏ ਵੀ ਕਿਸਾਨੀ ਲੀਡਰ, ਉਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਖਬਰ ਹੈ ਨਿਕਲ ਕੇ ਆਈ ਸੀ ਕਿਸਾਨਾਂ ਦੀ ਸਾਰਾ ਹੀ ਮੰਗਾਂ ਸਰਕਾਰ ਨੇ ਮੰਨ ਲਈਆਂ। ਔਰ ਫਿਰ ਉਸ ਤੋਂ ਬਾਅਦ ਇਹ ਧਰਨਾ ਕਿਉਂ? ਜੇ ਵਾਕਈ ਸਰਕਾਰ ਨੇ ਸਾਰੀ ਮੰਗਾਂ ਮੰਨ ਲਈਆਂ ਸੀ ਤੇ ਫਿਰ ਇਹ ਧਰਨਾ ਕਿਉਂ, ਸਵਾਲ ਹੈ ਪੈਦਾ ਹੁੰਦਾ। ਔਰ ਕੱਲ ਜਦ ਧਰਨੇ ਦੀ ਇਜਾਜ਼ਤ ਕਥਿਤ ਤੌਰ ਤੇ ਸਰਕਾਰ ਨੇ ਦੇ ਦਿੱਤੀ ਸੀ, ਫਿਰ ਉਸ ਤੋਂ ਬਾਅਦ ਇਹ ਜਿਹੜੀ ਰਾਤ ਨੂੰ ਲੀਡਰਾਂ ਦੇ ਫੜੇ ਜਾਣ ਦੀ ਗੱਲ ਬਾਹਰ ਆ ਰਹੀ ਹੈ, ਹੋਰ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਗੱਲ ਆ ਰਹੀ ਹੈ। ਇਹਨਾਂ ਸਾਰੀ ਗੱਲਾਂ ਦੇ ਵਿੱਚ ਤੁਸੀਂ ਉਹ ਗੱਲ ਕੀਤੀ ਕਿ ਜਿਸ ਤਰੀਕੇ ਨਾਲ ਕਿਓਸ ਕ੍ਰੀਏਟ ਲੌਂਗੋਵਾਲ ਟੋਲ ਪਲਾਜ਼ਾ ਤੇ ਹੋਇਆ, ਉਹ ਕਿਸੇ ਕਾਰਨਵੰਸ਼ ਹੀ ਹੋਇਆ। ਔਰ ਜਿਹੜਾ ਇੱਕ ਹੁੰਦਾ ਮੇਲਾ, ਇੱਕ ਹੁੰਦਾ ਮੇਲੀ, ਉੱਥੇ ਮੇਲੀ ਵਾਲਾ ਮਾਹੌਲ ਸੀ। ਮੇਲੀ ਮੀਨਸ ਕਿਸੇ ਨੂੰ ਕੁਝ ਨਹੀਂ ਪਤਾ ਕਿਸ ਵੱਲ ਜਾਣਾ ਤੇ ਕਿੱਥੇ ਜਾਣਾ। ਅਨਆਰਗੇਨਾਈਜ਼ ਤਰੀਕੇ ਨਾਲ ਕੋਈ ਧਰਨਾ ਪ੍ਰਦਰਸ਼ਨ ਲਾਇਆ ਜਾਏ ਤੇ ਉੱਥੇ ਏਦਾਂ ਦੀ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ। ਸਰਕਾਰਾਂ ਨੂੰ ਇਸ ਗੱਲ ਤੋਂ ਬਿਲਕੁਲ ਉਹਨਾਂ ਨੂੰ ਪਤਾ ਹੁੰਦਾ ਹੈ। ਹੁਣ ਸਰਕਾਰ ਨੇ ਉਹ ਸਟੈਪ ਕਿਉਂ ਲਿੱਤਾ, ਉਹ ਵੀ ਖਾਸ ਕਰਕੇ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ। ਔਰ ਕਿਸਾਨਾਂ ਦਾ ਸਰਕਾਰ ਤੋਂ ਭਰੋਸਾ, ਸਰਕਾਰ ਦਾ ਕਿਸਾਨਾਂ ਤੋਂ ਭਰੋਸਾ ਕਿਉਂ ਭੰਗ ਹੋਇਆ, ਇਹ ਬੜੀ ਇੰਪੋਰਟੈਂਟ ਰੱਖਦੀ ਹੈ ਗੱਲ। ਖਾਸ ਕਰਕੇ ਤੁਹਾਨੂੰ ਯਾਦ ਹੋਏਗਾ ਜੀਰਾ ਫੈਕਟਰੀ ਵਾਲੇ ਕੇਸ ਦੇ ਵਿੱਚ ਮੁੱਖ ਮੰਤਰੀ ਨੇ ਆਪ ਵੀਡੀਓ ਜਾਰੀ ਕਰਕੇ ਇਹ ਗੱਲ ਕਹੀ ਸੀ ਕਿ ਸਰਕਾਰ ਨੇ ਉਸ ਫੈਕਟਰੀ ਨੂੰ ਬੰਦ ਕਰਨ ਦਾ ਫੈਸਲਾ ਲਿੱਤਾ ਹੈ। ਤੇ ਉਸ ਤੋਂ ਬਾਅਦ ਵੀ ਧਰਨਾ ਪ੍ਰਦਰਸ਼ਨਕਾਰੀਆਂ ਨੇ ਇਹ ਫੈਸਲਾ ਕੀਤਾ ਸੀਗਾ ਵੀ ਅਸੀਂ ਆਪਣਾ ਪ੍ਰਦਰਸ਼ਨ ਨਹੀਂ। ਭਾਸਕਰ ਸਾਹਿਬ, ਇੱਕ ਗੱਲ ਤੁਸੀਂ ਜਿਹੜੀ ਭੁੱਲ ਗਏ ਹੋ, ਉੱਥੇ ਵੀ ਇੰਜ ਹੋਇਆ ਸੀ ਕਿ ਜਿਹੜੀ ਸ਼ਾਮ ਨੂੰ ਮੁੱਖ ਮੰਤਰੀ ਪੰਜਾਬ ਭਵਨ ਦੇ ਵਿੱਚ ਪਹਿਲੀ ਵਾਰੀ ਜੀਰਾ ਧਰਨੇ ਵਾਲਿਆਂ ਨੂੰ ਮਿਲਦੇ ਆ, ਅਗਲੇ ਦਿਨ ਸਵੇਰੇ ਫੜੋ ਫੜਾਈ ਸ਼ੁਰੂ ਹੋ ਜਾਂਦੀ। ਮਤਲਬ
ਇੱਕ ਪਾਸੇ ਮੁੱਖ ਮੰਤਰੀ ਕਹਿੰਦੇ ਕਿ ਮੈਂ ਮਸਲਾ ਹੱਲ ਕਰ ਦੂੰਗਾ, ਤੇ ਨੈਕਸਟ ਡੇ ਜਦੋਂ ਫੜੋ ਫੜਾਈ ਹੁੰਦੀ ਹੈ ਤੇ ਫਿਰ ਮੋਰਚਾ ਬਹੁਤ ਵੱਡਾ ਹੋ ਜਾਂਦਾ, ਈਵਨ ਉਹ ਫੈਕਟਰੀ ਬੰਦ ਕਰਨੀ ਪੈਂਦੀ ਹੈ ਜਿਹਨੂੰ ਡਿਫੈਂਡ ਕਰ ਰਹੀ ਸੀ ਪਹਿਲਾਂ ਗਵਰਨਮੈਂਟ ਹਾਈ ਕੋਰਟ ਦੇ ਵਿੱਚ ਵੀ, ਔਰ ਉਹਨਾਂ ਨੂੰ ਉਹ ਪੈਸੇ ਵੀ ਦੇ ਰਹੀ ਸੀ। ਸੋ ਤੁਸੀਂ ਗੱਲ ਕਰ ਰਹੇ ਸੀਗੇ ਕਿ ਭਰੋਸਾ ਦੋਨੇ ਧਿਰਾਂ ਹੈ ਨਹੀਂ ਸੀ, ਉੱਥੇ ਵੀ ਤੇ ਇੱਥੇ ਵੀ ਹੈ ਨਹੀਂ। ਬਿਲਕੁਲ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਉਹ ਡੇਟ ਵੀ ਸੀਗੀ ਦਸੰਬਰ 18 ਔਰ ਦਸੰਬਰ 17 ਨੂੰ ਇਹ ਭਰੋਸਾ ਦਿੱਤਾ ਸੀ, ਔਰ 18 ਨੂੰ ਜਿਸ ਤਰੀਕੇ ਨਾਲ ਲਾਠੀ ਚਾਰਜ ਹੋਇਆ ਸੀਗਾ ਜੀਰੇ ਵਾਲੀ ਸਾਈਡ, ਉਹ ਹਜੇ ਤੱਕ ਉਸ ਤੋਂ ਬਾਅਦ ਹੀ ਮਸਲਾ ਇਹ ਵਿਗੜਿਆ ਸੀਗਾ। ਮੂੰਗੀ ਦੀ ਫਸਲ ਦੇ ਉੱਤੇ ਐਮਐਸਪੀ ਦਾ ਐਲਾਨ ਕਰ ਦੇਣਾ ਕਿ ਸਰਕਾਰ ਗਾਰੰਟੀ ਦੇ ਰਹੀ ਹੈ ਖਰੀਦੇਗੀ, ਉਸ ਤੋਂ ਬਾਅਦ ਭੱਜ ਜਾਣਾ, ਇਹ ਸਾਰੀ ਗੱਲਾਂ ਦੇ ਵਿੱਚ ਸਰਕਾਰ ਦੇ ਉੱਤੇ ਪ੍ਰਦਰਸ਼ਨਕਾਰੀਆਂ ਦਾ, ਕਿਸਾਨਾਂ ਦਾ ਜਾਂ ਡਰੱਗ ਦੇ ਮੁੱਦੇ ਦੇ ਉੱਤੇ ਚਲਾਈ ਗਈ ਮੁਹਿੰਮਾਂ ਦਾ ਭਰੋਸਾ ਨਾ ਹੋਣਾ, ਉਹ ਆਪਣੇ ਆਪ ਵਿੱਚ ਸਰਕਾਰ ਵਾਸਤੇ ਬੜੀ ਗੰਭੀਰ ਗੱਲ ਹੈਗੀ। ਔਰ ਇਸ ਧਰਨੇ ਨੂੰ ਇੱਕ ਤਰੀਕੇ ਨਾਲ ਰੋਕਣਾ, ਜ਼ਬਰਦਸਤੀ ਰੋਕਣਾ, ਇਹ ਵੀ ਆਪਣੇ ਆਪ ਵਿੱਚ ਕਈ ਵਾਰ ਬੂਮਰੈਂਗ ਕਰ ਜਾਂਦਾ, ਔਰ ਕਰ ਗਿਆ ਬੂਮਰੈਂਗ। ਹੁਣ ਅੱਜ ਸਥਿਤੀ ਕੀ ਹੋਏਗੀ ਸਾਨੂੰ ਨਹੀਂ ਪਤਾ, ਪਰ ਸਰਕਾਰ ਵਾਸਤੇ ਇਹ ਬੜੀ ਵੱਡੀ ਸਿਰਦਰਦੀ ਦੇ ਰੂਪ ਵਿੱਚ ਉੱਭਰ ਸਕਦੀ ਹੈ, ਕਿਉਂਕਿ ਕੋਈ ਵੀ ਸਰਕਾਰ ਕਿਸੇ ਵੀ ਧਰਨੇ ਪ੍ਰਦਰਸ਼ਨ ਦੇ ਉੱਤੇ ਘੱਟ ਤੋਂ ਘੱਟ ਆਪਣੇ ਆਪ ਨੂੰ ਇੱਕ ਤਰੀਕੇ ਨਾਲ ਰੋਕਣ ਦੇ ਵਿੱਚ ਅਗਰ ਕਾਮਯਾਬ ਨਹੀਂ ਹੁੰਦੀ ਤੇ ਉਹਦੇ ਵਾਸਤੇ ਮੁਸੀਬਤਾਂ ਵੱਧ ਜਾਂਦੀ ਹੈ। ਮੋਦੀ ਸਰਕਾਰ ਨੇ ਉਹ ਦਿੱਲੀ ਦੇ ਵਿੱਚ ਜਾਂ ਦਿੱਲੀ ਦੇ ਬਾਰਡਰਾਂ ਦੇ ਵਿੱਚ ਕਿਸਾਨਾਂ ਨੇ 1 ਸਾਲ ਤੋਂ ਵੱਧ ਜਦ ਧਰਨਾ ਲਾਇਆ ਸੀ ਤੇ ਇਹ ਗੱਲ ਮਹਿਸੂਸ ਕਰ ਲਈ ਹੈ, ਪਰ ਜਦ ਵੀ ਇਦਾਂ ਦੀ ਮੁਹਿੰਮ ਪੰਜਾਬ ਦੇ ਵਿੱਚ ਚਲਾਈ ਜਾਂਦੀ ਹੈ ਤੇ ਸਰਕਾਰ ਦੀ ਤਰਫੋਂ ਇੱਕੋ ਹੀ ਐਲਾਨ ਹੁੰਦਾ ਕਿ ਸਾਰੀ ਮੰਗਾਂ ਮੰਨ ਲਈਆਂ। ਤੁਸੀਂ ਇਹ ਦੇਖੋ ਕਿ ਮੁੱਖ ਮੰਤਰੀ ਅਗਰ ਵੀਡੀਓ ਜਾਰੀ ਕਰਕੇ ਇਹ ਗੱਲ ਕਹਿੰਦੇ ਨੇ ਬੱਕਰੀਆਂ ਦਾ, ਮੁਰਗੀਆਂ ਦਾ ਵੀ ਹਰਜਾਨਾ ਦੇਵਾਂਗੇ, ਤੇ ਉਸ ਤੋਂ ਬਾਅਦ ਕਿਸਾਨ ਹਰਜਾਨਾ ਮੰਗਦੇ ਨੇ ਤੇ ਉਹਨੂੰ ਕਹਿੰਦੇ ਨੇ ਕਿ 15,000 ਤੋਂ ਵੱਧ ਨਹੀਂ ਦੇ ਸਕਦੇ, ਉਹ 50,000 ਦੀ ਮੰਗ ਕਰਦੇ ਨੇ। ਇਹ ਗੱਲਬਾਤ ਦੇ ਰਾਹੀਂ ਇਹ ਮਸਲਾ ਹੱਲ ਹੋ ਸਕਦਾ ਸੀਗਾ। ਕੇਂਦਰ ਸਰਕਾਰ ਤੋਂ ਤੁਸੀਂ ਮਦਦ ਨਾ ਮੰਗਣ ਦੀ ਵੀ ਗੱਲ ਕਰਦੇ ਹੋ, ਬਾਅਦ ਚੋਂ ਮਦਦ ਮੰਗ ਵੀ ਲੈਂਦੇ ਹੋ। ਡਬਲ ਸਟੈਂਡਰਡ ਅਗਰ ਸਰਕਾਰਾਂ ਦੇ ਹੁੰਦੇ ਆ ਤਾਂ ਸਰਕਾਰ ਵਾਸਤੇ ਆਪਣੇ ਆਪ ਇੱਕ ਮੁਸੀਬਤ ਅੱਗੇ ਚੱਲ ਕੇ ਖੜੀ ਹੋ ਜਾਂਦੀ, ਔਰ ਇਹ ਉਹਨਾਂ ਵਿੱਚੋਂ ਹੀ ਇੱਕ ਮੁਸੀਬਤ ਹੈ ਜਿਹੜੀ ਸਰਕਾਰ ਦੇ ਕੀਤੇ ਹੋਏ ਐਲਾਨਾਂ ਤੋਂ ਬਾਅਦ ਚੋਂ ਵਾਪਸ ਉਹਨਾਂ ਐਲਾਨਾਂ ਤੋਂ ਪਿੱਛੇ ਹਟਣਾ, ਉਹ ਇੱਕ ਬੜੀ ਵੱਡੀ ਇੱਕ ਦਿੱਕਤ ਹੈਗੀ ਹੈ ਸਰਕਾਰ ਦੇ ਵਿੱਚ। ਇੰਦਰਪ੍ਰੀਤ ਜੀ, ਇਹ 'ਚ ਦੋ ਮਾਮਲੇ ਸਾਹਮਣੇ ਆ ਰਹੇ ਆ। ਇੱਕ ਤਾਂ ਇੰਜ ਲੱਗਦਾ ਜਿਵੇਂ ਪੰਜਾਬ ਦੀ ਸਰਕਾਰ ਇਹਨਾਂ ਸਾਰੇ ਕਿਸਾਨਾਂ ਨੂੰ, ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਆਉਣ ਵਾਲੇ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਹੈਂਡਲ ਕਰਨ 'ਚ ਸ਼ਾਇਦ ਮੁਸ਼ਕਲ ਮਹਿਸੂਸ ਕਰਦੀ ਹੋਵੇ, ਔਰ ਜ਼ਿਲ੍ਹਾ ਹੈੱਡਕੁਆਟਰਾਂ ਤੇ ਥੱਲੇ ਦੇ ਪੱਧਰ ਤੇ ਨਫਰੀ ਵੀ ਹੁੰਦੀ ਆ ਤੇ ਸੌਖਾ ਵੀ ਹੋ ਜਾਂਦਾ, ਉੱਥੇ ਬਹੁਤ ਜ਼ਿਆਦਾ ਇਕੱਠ ਵੀ ਨਹੀਂ ਹੁੰਦੇ। ਇਹਨਾਂ ਨੂੰ ਇੰਜ ਲੱਗਦਾ ਸੀ ਕਿ ਇਹ ਥੱਲੇ ਦੇ ਪੱਧਰ ਤੇ ਰੋਕ ਲੈ ਜਾਣ, ਪਰ ਇਹਦਾ ਮਤਲਬ ਤਾਂ ਇਹ ਹੈ ਕਿ ਤੁਸੀਂ ਅੰਦੋਲਨ ਨੂੰ ਰੋਕ ਰਹੇ ਹੋ। ਅੰਦੋਲਨ ਨੂੰ ਹੋਣ ਦੇਣਾ ਤੇ ਅੰਦੋਲਨ ਨੂੰ ਰੋਕਣਾ, ਕਿੱਥੇ ਰੋਕਣਾ, ਕਿਵੇਂ ਰੋਕਣਾ, ਇਹ ਦੋ ਵੱਖਰੀਆਂ ਗੱਲਾਂ। ਦੂਜੀ ਗੱਲ, ਕੀ ਗਵਰਨਮੈਂਟ ਨੂੰ ਇਹ ਲੱਗ ਰਿਹਾ ਸੀਗਾ ਕਿ ਇਹਦੇ ਵਿੱਚ ਇਸ ਜਿੰਨੀ ਮੂਵਮੈਂਟ ਆ, ਜਿਹੜਾ ਇਹ ਟਰੈਕਟਰ ਮਾਰਚ ਸੀਗਾ, ਇਹਦੇ ਵਿੱਚ ਲੀਡਰ ਕੋਈ ਵੱਡਾ ਨਹੀਂਗਾ, ਤੇ ਕੱਲ ਨੂੰ ਜੇ ਸਥਿਤੀ ਬਾਹਰ ਹੁੰਦੀ ਆ, ਕੰਟਰੋਲ ਤੋਂ ਬਾਹਰ ਹੁੰਦੀ ਹੈ, ਤੇ ਗੱਲ ਕਿਹਦੇ ਨਾਲ ਕਰਨੀ ਆ, ਕੌਣ ਬੰਦਾ ਹੈ? ਸ਼ਾਇਦ ਪਿਛਲਾ ਤਜਰਬਾ ਜਿਹੜਾ ਲਾਲ ਕਿਲੇ ਵੱਲ ਨੂੰ ਮਾਰਚ ਕਰਨ ਦਾ ਸੀ, ਉਹ ਇਸੇ ਹੀ ਜਥੇਬੰਦੀ ਦਾ ਸੀਗਾ। ਤੁਹਾਨੂੰ ਯਾਦ ਹੋਣਾ, ਜਦੋਂ ਡਿਸਾਈਡ ਹੋ ਗਏ ਸੀ ਰੂਟ, ਦਿੱਲੀ ਦੇ ਵਿੱਚ ਕੇਂਦਰ ਨਾਲ, ਦਿੱਲੀ ਨਾਲ ਬਹਿ ਕੇ ਪੁਲਿਸ ਨਾਲ ਸਾਰਾ ਕੁਝ ਤੈਅ ਹੋ ਗਿਆ ਸੀ, ਰੂਟ ਦੇ ਦਿੱਤਾ ਗਿਆ ਸੀ ਇਹਨਾਂ ਨੂੰ, ਤੇ ਰਾਤ ਨੂੰ ਫੈਸਲਾ ਹੋ ਗਿਆ ਸੀ ਇਸੇ ਹੀ ਸਰਵਣ ਸਿੰਘ ਪੰਧੇਰ ਹੋਣਾ ਦੀ ਜਥੇਬੰਦੀ ਵੱਲੋਂ ਵੀ ਅਸੀਂ ਤਾਂ ਲਾਲ ਕਿਲੇ ਨੂੰ ਜਾਵਾਂਗੇ। ਇਹੀ ਸਵਾਲ ਸੀ ਨਾ। ਸੋ ਉਹ ਪੁਰਾਣੇ ਅਨੁਭਵ ਜਾਂ ਉਸ ਤਰ੍ਹਾਂ ਦੀਆਂ ਸਥਿਤੀਆਂ ਨਾ ਹੋ ਜਾਣ, ਗਵਰਨਮੈਂਟ ਉਸ ਕਰਕੇ ਪਹਿਲਾਂ ਸਟੈਪ ਲੈ ਰਹੀ। ਦੂਜੀ ਗੱਲ ਇਹ ਕਿ ਕੀ ਸਰਵਣ ਸਿੰਘ ਪੰਧੇਰ ਤੇ ਉਹਨਾਂ ਦੇ ਨਾਲ ਬਾਕੀ ਜਿੰਨੇ ਵੀ ਲੋਕ ਆ, ਉਹਨਾਂ ਦੇ ਏਜੰਡੇ 'ਚ ਇਹ ਸੀਗਾ ਕਿ ਪੂਰੀ ਤਰ੍ਹਾਂ ਚੰਡੀਗੜ੍ਹ ਦੇ ਸਾਰੇ ਬੈਰੀਅਰ ਜਿਹੜੇ ਆ ਉਹਨਾਂ ਤੇ ਬਹਿ ਜਾਓ ਜਾ ਕੇ, ਦਿੱਲੀ ਵਾਂਗ। ਜਿੱਦਾਂ ਦਿੱਲੀ ਨੂੰ ਰੋਕ ਲਿਆ ਗਿਆ, ਫਿਰ ਅਣਮਿੱਥੇ ਸਮੇਂ ਲਈ ਸਾਰਾ ਪੰਜਾਬ ਆ ਜਾਊਗਾ ਤੇ ਲੀਡਰੀ ਤਾਂ ਚਮਕੂਗੀ, ਸਰਕਾਰ ਨੂੰ ਗੋਡਿਆਂ ਭਰ ਕਰਨਾ ਔਖਾ ਨਹੀਂ ਹੋਊਗਾ, ਸਭ ਕੁਝ ਮਨਾ ਕੇ ਉੱਠਾਂਗੇ। ਇਹ ਏਜੰਡਾ ਸੀ, ਔਰ ਇਹ ਜੇ ਉਹਨਾਂ ਦਾ ਏਜੰਡਾ ਸੀ ਔਰ ਸਰਕਾਰ ਨੇ ਭਾਂਪ ਲਿਆ, ਤਾਂ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਲਈ ਬੜੀ ਅਜੀਬੋ ਗਰੀਬ ਸਥਿਤੀ ਬਣਨ ਵਾਲੀ ਸੀ। ਸੈਂਟਰ ਵੀ ਚੁੱਪ ਰਿਹਾ ਸਾਲ ਤੱਕ, ਉਹਨੇ ਕੋਈ ਸਖਤੀ ਨਹੀਂ ਸੀ ਕੀਤੀ, ਭਾਵੇਂ ਕਦੀ ਕਿੱਲ, ਕਦੇ ਮੇਖਾਂ, ਕਈ ਕੁਝ ਹੁੰਦਾ ਸੀ, ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਸ਼ਾਂਤਮਈ ਅੰਦੋਲਨ ਦੇ ਅੱਗੇ ਡੰਡਾ ਨਾ ਚਲਾਇਆ ਜਾਵੇ। ਦਿਖਦਾ ਜੋ ਮਰਜ਼ੀ ਰਿਹਾ, ਕਈ ਥਾਈਂ ਗਲਤ ਮਲਤ ਹਰਕਤਾਂ ਹੋਈਆਂ, ਕਈ ਬੰਦੇ ਵਿੱਚ ਵਾੜੇ ਗਏ, ਪਰ ਐਂਡ ਆਫ ਦਾ ਡੇ ਗਵਰਨਮੈਂਟ ਵੀ ਇਸ ਮਾਮਲੇ 'ਚ ਪਹਿਲ ਕਰਨ ਲਈ ਰਾਜੀ ਨਹੀਂ ਸੀ ਵੀ ਅਸੀਂ ਇਹਨਾਂ ਨੂੰ ਧੱਕ ਕੇ ਉਠਾ ਦਈਏ। ਕੀ ਕਹਿੰਦੇ ਹੋ ਰੰਧਾਵਾ ਸਾਹਿਬ? ਕਿਸੇ ਵੀ ਸ਼ਾਂਤਮਈ ਅੰਦੋਲਨ ਨੂੰ ਤੋੜਨਾ ਬਹੁਤ ਮੁਸ਼ਕਿਲ ਹੁੰਦਾ ਹੈ। ਉਹ ਤੋੜਿਆ ਸਿਰਫ ਔਰ ਸਿਰਫ ਇਸੇ ਤਰ੍ਹਾਂ ਦੀਆਂ ਚੀਜ਼ਾਂ ਕਰਕੇ ਜਾਂਦਾ, ਜਿਵੇਂ ਕੋਈ ਸੇਂਧਮਾਰੀ ਕਰਕੇ। ਪੰਜਾਬ ਹਿੰਦੀ ਦਾ ਸ਼ਬਦ ਹੈ ਸੇਂਧਮਾਰੀ ਕਰਨੀ, ਉਹਦੇ ਵਿੱਚ ਤੁਸੀਂ ਤੋੜ ਸਕਦੇ ਹੋ ਕਿ ਕੁਝ ਅਜੇ ਅਸਮਾਜਿਕ ਤੱਤਵ ਅੰਦਰ ਤੁਸੀਂ ਵਾੜ ਦਿਓ ਤੇ ਫਿਰ ਉਸ ਅੰਦੋਲਨ ਨੂੰ ਬਦਨਾਮ ਕਰ ਦਿਓ ਤੇ ਬਦਨਾਮ ਕਰਕੇ ਤੋੜ ਦਿਓ। ਕਿਉਂਕਿ ਜਦ ਤੱਕ ਲੋਕ ਸ਼ਕਤੀ ਹੈਗੀ ਆ, ਉਦ ਤੱਕ ਤਾਂ ਇਹ ਤੋੜਨੇ ਔਖੇ ਆ। ਇੱਥੇ ਵੀ ਇਹੀ ਸੀ
ਪਰ ਸਵਾਲ ਇੱਥੇ ਇਹ ਹੈਗਾ ਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਜਦੋਂ 3 ਕਾਨੂੰਨ ਰੱਦ ਕੀਤੇ ਨੇ, ਉਸ ਤੋਂ ਬਾਅਦ ਇੱਕ ਕਮੇਟੀ ਦਾ ਗਠਨ ਕਰਨ ਦੀ ਉੱਤੇ ਸੀ, ਉਹ 'ਚ ਕਿਸਾਨ ਬਿੱਲ ਤੇ ਜਾਣੇ ਸੀ, ਪਰ ਉਹ ਕਮੇਟੀ ਕਿੱਥੇ ਹੈ? ਕਿਉਂਕਿ ਇਹਨਾਂ ਜਿਹੜੀਆਂ ਤੁਸੀਂ ਦੇਖੋ, ਇਹਨਾਂ ਅਗਰ ਫਾਰਮਰ ਦੀਆਂ ਡਿਮਾਂਡ ਦਾ ਚਾਰਟ ਦੇਖੋਗੇ, ਉਹਦੇ 'ਚ ਬਹੁਤ ਸਾਰੀਆਂ ਮੰਗਾਂ ਇਦਾਂ ਦੀਆਂ ਹੀ ਨੇ ਜਿਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਦਾ ਰੋਲ ਹੈ। ਹੁਣ ਮੰਨ ਲਓ ਉਸ ਤੇ ਸਟੇਟ ਗਵਰਨਮੈਂਟ ਕੀ ਕਰ ਸਕਦੀ ਹੈ? ਸਟੇਟ ਗਵਰਨਮੈਂਟ ਇੱਕ ਲੈਵਲ ਤੱਕ ਤਾਂ ਅੱਗੇ ਆ ਸਕਦੀ ਹੈ, ਲੇਕਿਨ ਜ਼ਿਆਦਾ ਨਹੀਂ ਕਰ ਸਕਦੀ। ਉਹ ਇਹ ਤਾਂ ਕਹਿ ਸਕਦੀ ਹੈ ਵੀ ਅਸੀਂ ਮੂੰਗੀ ਦੀ ਫਸਲ ਖਰੀਦ ਲਾਂਗੇ ਜਾਂ ਫਲਾਣੀ ਫਸਲ। ਜੇ ਤੁਸੀਂ ਇਹ ਕਹੋਗੇ ਵੀ 27 ਦੀਆਂ 27 ਫਸਲਾਂ ਸਟੇਟ ਗਵਰਨਮੈਂਟ ਦੇ ਹੱਥ 'ਚ ਖਰੀਦਣਾ, ਤਾਂ ਮੈਨੂੰ ਲੱਗਦਾ ਕਿ ਇਹ ਹੁਣ ਸਟੇਟ ਗਵਰਨਮੈਂਟ ਦੇ ਹੱਥੋਂ ਬਾਹਰ ਹੋ ਗਿਆ। ਜਿਸ ਤਰ੍ਹਾਂ ਦੀ ਪੰਜਾਬ ਦੀ ਘੱਟੋ ਘੱਟ ਜਿਹੜੀ ਆਰਥਿਕ ਸਥਿਤੀ ਹੈ, ਉਹ ਤਾਂ ਘੱਟੋ ਘੱਟ ਬਿਲਕੁਲ ਅਲਾਉ ਨਹੀਂ ਕਰੇਗੀ ਕਿ ਤੁਸੀਂ ਇੰਨੀ ਜ਼ਿਆਦਾ ਮਤਲਬ ਉਹ ਜਿਹੜੀ ਹੈਗੀ ਆ, ਆਪਾਂ ਕਹੀਏ ਇੰਨਾ ਜ਼ਿਆਦਾ ਫੰਡ ਕ੍ਰੀਏਟ ਕਰਕੇ ਇਹ ਸਾਰੀਆਂ ਫਸਲਾਂ ਖਰੀਦੋ, ਰੱਖੋ ਤੇ ਉਹਨੂੰ ਅੱਗੇ ਦਿਓ। ਸੋ ਬਹੁਤ ਸਾਰੀਆਂ ਇਹਦੇ ਵਿੱਚ ਸਮੱਸਿਆਵਾਂ ਹੈਗੀਆਂ ਨੇ। ਉਹਦੇ 'ਚ ਇੱਕ ਸਮੱਸਿਆ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਵੀ ਅਸੀਂ ਸਿਰਫ ਲੀਪਾ ਪੋਤੀ ਕਰਦੇ ਹਾਂ। ਜਿਸ ਤਰ੍ਹਾਂ ਇਸੇ ਸਰਕਾਰ ਨੇ ਆ ਕੇ ਕਿਹਾ ਵੀ ਅਸੀਂ ਕਿਸਾਨ ਮਿਲਣੀਆਂ ਕਰਕੇ ਇੱਕ ਨਵੀਂ ਪਾਲਿਸੀ ਤਿਆਰ ਕਰਾਂਗੇ। ਉਹ ਇਹ ਜੀ ਪਾਲਿਸੀ ਹੋਗੀ ਜਿਹੜੀਆਂ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗੀ। ਪਹਿਲਾਂ 31 ਮਾਰਚ ਡੇਟ ਦਿੱਤੀ, ਫਿਰ 30 ਜੂਨ ਡੇਟ ਦਿੱਤੀ, ਹੁਣ ਅਗਸਤ ਵੀ ਖਤਮ ਹੋਣ ਵਾਲਾ ਹੋ ਗਿਆ। ਸੋ ਹਜੇ ਤੱਕ ਉਸ ਪਾਲਿਸੀ ਦਾ ਕੋਈ ਥੋ ਪਤਾ ਨਹੀਂ ਹੈ ਕਿ ਉਹ ਹੈ ਕਿ ਨਹੀਂ ਹੈ, ਉਹਦਾ ਡਰਾਫਟ ਕੀ ਹੈ, ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ। ਅੱਜ ਜ਼ਰੂਰ ਇੱਕ ਮੀਟਿੰਗ ਪੰਜਾਬ ਵਿਧਾਨ ਸਭਾ ਦੀ ਜਿਹੜੀ ਐਗਰੀਕਲਚਰ ਦੇ ਉੱਤੇ ਕਮੇਟੀ ਹੈ MLAs ਦੀ, ਉਹਨਾਂ ਨਾਲ ਇਹ ਜਿਹੜਾ ਸਰਕਾਰ ਨੇ ਜਿਹੜਾ ਪੈਨਲ ਬਣਾਇਆ ਹੈ 11 ਮੈਂਬਰੀ, ਉਹਨਾਂ ਨਾਲ ਉਹਨਾਂ ਦੀ ਮੀਟਿੰਗ ਹੈ। ਪਰ ਮੈਂ ਇਹ ਕਹਿ ਰਿਹਾ ਵੀ ਕੀ ਇਹ ਸਿਰਫ ਮੀਟਿੰਗਾਂ ਤੱਕ ਹੀ ਮਹਿਦੂਦ ਰਹੇਗਾ ਜਾਂ ਆਪਾਂ ਮੀਟਿੰਗਾਂ ਤੋਂ ਅੱਗੇ ਵੀ ਵਧਣਾ ਹੈ? ਕਿਉਂਕਿ ਇਸ ਤੋਂ ਪਹਿਲਾਂ ਆਲਰੇਡੀ ਅਜੇ ਵੀਰ ਜਾਖੜ ਜਿਹੜੇ ਪਿਛਲੀ ਸਰਕਾਰ ਵੇਲੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਬਣਾਏ ਸੀ, ਬਲਵਿੰਦਰ ਸਿੱਧੂ ਉਹਨਾਂ ਨਾਲ ਸੈਕਟਰੀ ਸੀ, ਉਹਨਾਂ ਨੇ ਵੀ ਬਹੁਤ ਵੱਡੀ ਐਕਸਰਸਾਈਜ਼ ਕੀਤੀ, ਕਈ ਸੈਮੀਨਾਰਸ ਕਰਾਏ, ਕਈ ਮੀਟਿੰਗਾਂ ਕੀਤੀਆਂ, ਸਭ ਤਰ੍ਹਾਂ ਦੇ ਬੰਦਿਆਂ ਨਾਲ ਕੀਤੀਆਂ, ਔਰ ਇੱਕ ਬਹੁਤ ਵਧੀਆ ਪਾਲਿਸੀ ਤਿਆਰ ਕਰਕੇ ਵਿਧਾਨ ਸਭਾ 'ਚ ਡਿਸਕਸ ਕਰਨ ਵਾਸਤੇ ਦਿੱਤੀ। 4 ਸਾਲ ਤੱਕ 2018 'ਚ ਮੈਨੂੰ ਯਾਦ ਹੈ ਅਕਤੂਬਰ ਦੇ ਵਿੱਚ ਉਹ ਪਾਲਿਸੀ ਦੇਤੀ ਸੀ ਸਰਕਾਰ ਨੂੰ, ਔਰ ਅੱਜ ਤੁਸੀਂ ਦੇਖੋ ਉਹਨਾਂ ਨੇ ਇਹ ਮਕਸਦ ਸੀਗਾ ਵੀ ਅਗਲੇ 4 ਸਾਲ ਹੁਣ ਉਸ ਪਾਲਿਸੀ ਦੇ ਉੱਤੇ ਕੰਮ ਕਰਕੇ ਆਪਾਂ ਅੱਗੇ ਵਧੀਏ, ਪਰ 4 ਸਾਲ ਉਹ ਧੂਲ ਫਾਕਦੀ ਰਹੀ। 2013 'ਚ ਬਾਦਲ ਸਾਹਿਬ ਹੋਰਾਂ ਨੇ ਵੀ ਇਹ ਪ੍ਰਯਾਸ ਕੀਤਾ ਕਿ ਪਾਣੀ ਬਹੁਤ ਥੱਲੇ ਜਾਈ ਜਾ ਰਿਹਾ, ਅਸੀਂ ਕੋਈ ਨਵੀਂ ਐਗਰੀਕਲਚਰ ਪਾਲਿਸੀ ਲੈ ਕੇ ਆਈਏ, ਉਹ ਵੀ ਉੱਤੇ ਡੰਪ ਹੋਈ ਪਈ ਹੈ। 2008 'ਚ ਵੀ ਇਸ ਤਰ੍ਹਾਂ ਦੇ, ਯਾਨੀ ਮੈਂ ਤੁਹਾਨੂੰ ਸਿਰਫ ਇੱਕ ਫੇਰਿਸਤ ਦੇ ਰਿਹਾ, ਔਰ ਸਰਕਾਰਾਂ ਦੀ ਤੁਹਾਨੂੰ ਇਹ ਦੇ ਰਿਹਾ ਵੀ ਇਹਦੇ ਵਿੱਚ ਮੈਂ ਕਹਿਣ ਤੋਂ ਸਟੈਬਲਿਸ਼ ਮੈਂ ਇਹ ਕਰਨਾ ਚਾਹੁੰਦਾ ਗੱਲ ਨੂੰ ਕਿ ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ, ਚਾਹੇ ਕਾਂਗਰਸ ਦੀ ਹੋਵੇ, ਚਾਹੇ ਹੁਣ ਆਮ ਆਦਮੀ ਪਾਰਟੀ ਦੀ ਹੋਵੇ, ਸਰਕਾਰ ਕਿਸੇ ਵੀ ਪਾਰਟੀ ਦੀਆਂ ਹੋਣ, ਪਰ ਨੀਤੀਆਂ ਸੇਮ ਰਹਿੰਦੀਆਂ ਨੇ ਵੀ ਟਰਕਾਣ ਵਾਲਾ ਹੈ, ਵੀ ਟਰਕਾਈ ਜਾਓ ਟਰਕਾਈ ਜਾਓ ਟਰਕਾਈ ਜਾਓ। ਤਾਂ ਜੇ ਅੱਜ ਸਥਿਤੀ ਉਸ ਤਰ੍ਹਾਂ ਦੀ ਆ ਗਈ ਹੈ ਕਿ ਲੋਕ ਹੀ ਖੜੇ ਹੋ ਕੇ ਚੰਡੀਗੜ੍ਹ ਵੱਲ ਨੂੰ ਵਧਣਾ ਸ਼ੁਰੂ ਕਰ ਗਏ ਹੈ, ਤਾਂ ਮੈਨੂੰ ਲੱਗਦਾ ਕਿ ਇਹ ਸਰਕਾਰਾਂ ਦੀ ਉਸੇ ਟਰਕਾਊਪਣਾ ਜਿਹੜੀ ਨੀਤੀਆਂ ਨੇ ਉਹਦਾ ਨਤੀਜਾ। ਬਿਲਕੁਲ ਉਹਦਾ ਨਤੀਜਾ ਹੈ। ਮੈਂ ਪਰ ਥੋੜਾ ਜਿਹਾ ਤੁਹਾਡੇ ਕੋਲ ਹੋਰ ਜਾਣਕਾਰੀ ਇਸੇ ਮਾਮਲੇ 'ਚ ਲੈ ਲਾਂ, ਕਿਉਂਕਿ ਇਹ ਮਾਮਲਾ ਹੜ੍ਹਾਂ ਨਾਲ ਜੋ ਹਾਲਾਤ ਬਣੇ ਉਹਦੇ ਮੁਆਵਜ਼ੇ ਨਾਲ ਵੀ ਜੁੜਿਆ, ਤੇ ਹੜ੍ਹਾਂ ਦੀ ਸਥਿਤੀ ਅਜੇ ਖਤਮ ਨਹੀਂ ਹੋਈ। ਵੈਸੇ ਆਪਾਂ ਗੈਰ ਰਸਮੀ ਗੱਲਬਾਤ 'ਚ ਗੱਲ ਕਰ ਹੀ ਰਹੇ ਸੀ ਕਿ ਜਦੋਂ ਪੰਜਾਬ 'ਚ ਕਿਧਰੇ ਕੋਈ ਮੀਂਹ ਨਹੀਂ ਹੈ ਤੇ ਮੀਂਹ ਬਹੁਤ ਜ਼ਿਆਦਾ ਇਸ ਹੱਦ ਤੱਕ ਪਏ ਵੀ ਨਹੀਂ ਕਿ ਹੜ੍ਹ ਦੀ ਸਥਿਤੀ ਬਣਦੀ, ਪਰ ਪਿਛਲੇ ਪਾਸੇ ਅਜੇ ਵੀ ਪਾਣੀ ਛੱਡੇ ਬਿਨਾਂ ਗੁਜ਼ਾਰਾ ਨਹੀਂ। ਉਹ ਡੈਮਾਂ ਦੀ ਕੀ ਸਥਿਤੀ ਆ, BBMB ਦੀ ਕੀ ਸਥਿਤੀ ਆ, ਔਰ ਪੌਂਗ ਦੀ ਕੀ ਸਥਿਤੀ ਆ, ਇੱਕ ਵਾਰੀ ਜ਼ਰੂਰ ਦੱਸਿਓ, ਕਿਉਂਕਿ ਤੁਹਾਡੀ ਕ੍ਰਿਸ਼ਨ ਕੁਮਾਰ ਜਿਹੜੇ ਇਹਨਾਂ ਸਾਰੇ ਮਾਮਲਿਆਂ ਨੂੰ ਦੇਖ ਰਹੇ, ਉਹਨਾਂ ਨਾਲ ਕੱਲ ਗੱਲ ਵੀ ਹੋਈ ਹੈ। ਸੋ ਇੱਕ ਵਾਰੀ ਸਾਡੀ ਇਸ ਜਾਣਕਾਰੀ 'ਚ ਵਾਧਾ ਕਰ ਦਿਓ ਕਿ ਆਉਂਦੇ ਦਿਨਾਂ 'ਚ ਜੇ ਪਾਣੀ ਪੰਜਾਬ ਨੂੰ ਹੋਰ ਪਰੇਸ਼ਾਨ ਕਰੂਗਾ, ਤੇ ਇਹ ਹੁਣ ਫਿਰ ਪਾਣੀ ਭਾੜ ਦਾ ਜਿਹੜਾ ਜਿਹਦੇ ਉੱਤੇ ਸਾਰੇ ਹੱਕ ਜਤਾਉਂਦੇ ਆ, ਰਿਪੇਰੀਅਨ ਸਿਧਾਂਤ ਦੇ ਨਜ਼ਰੀਏ ਤੋਂ ਕਹਿੰਦੇ ਤੁਹਾਡਾ ਲੈਣਾ ਦੇਣਾ ਕੋਈ ਨਹੀਂ। ਹੁਣ ਵੇਖ ਲਓ ਮਾਰ ਕਿਹਨੂੰ ਕਰਦੇ ਆ ਦਰਿਆ, ਜਿਹੜਾ ਮਰਦਾ ਹੈ ਹੱਕ ਉਹਦਾ ਹੀ ਹੁੰਦਾ, ਇਹ ਕਹਿੰਦਾ ਅੰਤਰਰਾਸ਼ਟਰੀ ਸਿਧਾਂਤ। ਪਰ ਕੌਣ ਮੰਨਦਾ ਇੱਥੇ? ਸੁਪਰੀਮ ਕੋਰਟ ਨਹੀਂ ਸਾਡੀ ਅਜੇ ਤੱਕ ਇਹਨਾਂ ਮਾਮਲਿਆਂ ਤੇ ਸੁਣਵਾਈ ਕਰ ਰਹੀ, ਕੀ ਕਰੀਏ ਦੱਸੋ? ਬਿਲਕੁਲ ਰੰਧਾਵਾ ਸਾਹਿਬ, ਦੇਖੋ ਇਸ ਟਾਈਮ ਡੈਮਾਂ ਦੀ ਸਥਿਤੀ ਮਤਲਬ ਮੈਂ ਭਾਖੜਾ ਦੀ ਕਹੂੰਗਾ ਕਿ ਠੀਕ ਹੈ ਕਿ 7 ਫੁੱਟ ਘਟ ਗਿਆ, ਪਹਿਲਾਂ ਨਾਲੋਂ ਜ਼ਿਆਦਾ ਬੈਟਰ ਹੋ ਗਈ ਹੈ ਕਿਉਂਕਿ ਪਿਛਲੇ ਇੱਕ ਹਫ਼ਤੇ ਤੋਂ ਉੱਥੇ ਮੀਂਹ ਨਹੀਂ ਪਿਆ। ਪਰ ਹੁਣ IMD ਨੇ ਦੁਬਾਰਾ ਜਿਹੜਾ ਹੈਗਾ ਉਹ 2 ਦਿਨ ਦਾ ਮੀਂਹ, 2 ਤੇ 3 ਦਿਨ ਦਾ ਮੀਂਹ ਜਿਹੜਾ ਦੱਸਿਆ, ਔਰ ਜ਼ਿਆਦਾ ਦੱਸਿਆ। ਹੁਣ ਉਸ ਨੂੰ ਲੈ ਕੇ ਦੇਖੋ ਹੁਣ ਬਿਲਕੁਲ ਵੀ ਅੰਦਾਜ਼ਾ ਨਹੀਂ ਹੋ ਰਿਹਾ ਕਿ ਮੀਂਹ ਪਊਗਾ ਕਿੰਨਾ। ਇੱਕ ਦਿਨ 'ਚ ਹੀ ਅਗਰ ਇੱਕੋ ਦਿਨ 'ਚ ਅਗਰ ਤਿੰਨੋਂ ਡੈਮਾਂ ਦੇ ਅਸੀਂ ਕੈਚਮੈਂਟ ਏਰੀਆ ਨੂੰ ਕੈਲਕੂਲੇਟ ਕਰੀਏ ਤਾਂ ਰੰਧਾਵਾ ਤਾਂ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ 11 ਲੱਖ ਕਿਊਸੈਕ ਪਾਣੀ ਆਇਆ।
ਪਿੱਛੇ ਓਹੋ। ਹਿਮਾਚਲ। ਤੁਸੀਂ ਸਮਝੋ ਕਿ ਅਗਰ ਉਹ ਡੈਮ ਨਾ ਹੁੰਦੇ ਤਾਂ ਪੰਜਾਬ ਇੱਕ ਸਮੁੰਦਰ ਹੋਣਾ ਸੀ, ਸਮੁੰਦਰ ਦੀ ਤਰ੍ਹਾਂ ਹੋਣਾ ਸੀ, ਕਿਉਂਕਿ 11 ਲੱਖ ਕਿਊਸਿਕ ਪਾਣੀ ਇੱਕੋ ਦਿਨ ਚ ਆਇਆ ਔਰ ਇੱਕੋ ਦਿਨ ਚ ਹੀ ਪਾਣੀ ਨੇ ਅੱਗੇ ਵਧਣਾ ਸੀਗਾ। ਤੇ ਅੱਗੇ ਵਧਣ ਲਈ ਸਾਡੇ ਕੋਲ ਸਾਧਨ ਵੀ ਹੈ ਨਹੀਂ, ਕਿਉਂਕਿ ਜਿੰਨਾ ਰਾਹ ਹੈਗੇ ਨੇ ਉਹ ਸਾਰੇ ਨੱਕੇ ਮਤਲਬ ਉਹ ਪੂਰੇ ਡੱਕੇ ਪਏ ਨੇ। ਤੁਸੀਂ ਦੇਖੋ ਅੱਜ ਜੇ ਤੁਸੀਂ ਤਰਨਤਾਰਨ ਤੋਂ ਲੈ ਕੇ ਫਿਰੋਜ਼ਪੁਰ ਤੱਕ ਦੀ ਸਥਿਤੀ, ਫਾਜ਼ਿਲਕਾ ਤੱਕ ਦੀ ਸਥਿਤੀ ਦੇਖੋ, ਤੈਨ ਨੱਕੋ ਨੱਕ ਭਰੇ ਪਏ ਨੇ ਪਾਣੀ ਨਾਲ। ਲੋਕਾਂ ਦੀ ਤੁਸੀਂ ਦੇਖੋ ਜਿਹੜੇ ਖਾਸ ਤੌਰ ਤੇ ਬਿਲਕੁਲ ਦਰਿਆਵਾਂ ਦੇ ਕੰਢੇ ਤੇ ਨੇ। ਹਾਲਾਂਕਿ ਮੈਂ ਇਸ ਗੱਲ ਤੇ ਵੀ ਮੰਨਦਾ ਕਿ ਬਹੁਤ ਸਾਰੀਆਂ ਗਲਤੀਆਂ ਸਾਡੇ ਲੋਕਾਂ ਦੀਆਂ ਵੀ ਹੈਗੀਆਂ ਨੇ। ਉਹਨਾਂ ਨੇ ਜਿਹੜੇ ਦਰਿਆਵਾਂ ਦੇ ਮਤਲਬ ਜਿਹੜੇ ਬੈਂਕਸ ਹੁੰਦੇ ਨੇ ਉਹਨਾਂ ਨੂੰ ਤੋੜ ਤਾੜ ਕੇ ਆਪਣੇ ਘਰ ਬਣਾ ਲਏ ਨੇ ਉੱਥੇ, ਉਹਨਾਂ ਨੇ ਵੀ ਬਹੁਤ ਸਾਰਾ ਨੁਕਸਾਨ ਕੀਤਾ ਹੈ। ਪੈਰਲਰ ਦੋ ਨਦੀਆਂ ਬਣ ਗਈਆਂ ਨੇ। ਸੋ ਇਹ ਤਾਂ ਚਲੋ ਬਾਅਦ ਵਾਲੀਆਂ ਗੱਲਾਂ ਨੇ, ਪਰ ਪਾਣੀ ਨੂੰ ਕਿੱਥੇ ਰੋਕਿਆ ਜਾ ਸਕਦਾ ਹੈ? ਇਹ ਤਾਂ ਬਿਲਕੁਲ ਨਹੀਂ ਹੋ ਸਕਦਾ। 11 ਲੱਖ ਕਿਊਸਿਕ ਪਾਣੀ ਅਸੀਂ ਚਲੋ ਫਿਰ ਵੀ ਸਾਂਭ ਲਿਆ, ਮਤਲਬ ਹੌਲੀ ਹੌਲੀ 1 ਲੱਖ ਕਰਕੇ ਛੱਡਿਆ ਜਾ ਰਿਹਾ, ਤਾਂ ਉਹਨਾਂ ਨੁਕਸਾਨ ਨਹੀਂ ਹੋ ਰਿਹਾ। ਪਰ ਹੁਣ 2 ਦਿਨ ਅਗਲੇ ਜਿਹੜਾ ਕਿਹਾ ਹੈ ਔਰ ਯੈਲੋ ਅਲਰਟ ਜਾਰੀ ਕੀਤਾ ਹੈ, ਇਹਦੇ ਵਿੱਚ ਕਿੰਨਾ ਪਾਣੀ ਆਏਗਾ ਇਹਦਾ ਅੰਦਾਜ਼ਾ ਤਾਂ ਹੁਣ ਲਗਾਉਣਾ ਹੀ ਔਖਾ ਹੋਇਆ ਪਿਆ। ਈਵਨ ਮੌਸਮ ਵਿਭਾਗ ਨੂੰ ਵੀ ਇਹ ਨਹੀਂ ਸੀ ਪਤਾ ਕਿ 7 ਲੱਖ ਕਿਊਸਿਕ ਪਾਣੀ ਇੱਕੋ ਦਿਨ ਚ ਆਵੇਗਾ। 70 ਸਾਲ ਚੋਂ ਕਹਿੰਦੇ ਕਦੀ ਹੋਇਆ ਹੀ ਨਹੀਂ ਕਿ ਇਸ ਕੈਚਮੈਂਟ ਏਰੀਆ ਦੇ ਵਿੱਚ 7 ਲੱਖ ਕਿਊਸਿਕ ਪਾਣੀ ਉੱਥੇ ਆ ਗਿਆ, 2.5 ਲੱਖ ਕਿਊਸਿਕ ਪਾਣੀ ਤੁਹਾਡਾ ਭਾਖੜਾ ਦੇ ਕੈਚਮੈਂਟ ਏਰੀਆ ਚ ਆ ਗਿਆ, ਔਰ 1 ਲੱਖ ਕਿਊਸਿਕ ਪਾਣੀ ਰਾਵੀ ਤੇ ਘੱਗਰ ਦੇ। ਔਰ ਇਹ ਚਾਰੋਂ ਦੇ ਚਾਰੋਂ ਜਿਹੜੇ ਹੈਗੇ ਨੇ ਇਹ ਪੰਜਾਬ ਦੇ ਪਾਣੀ ਟੋਟਲ ਸਾਰਾ ਪੰਜਾਬ ਨੂੰ ਹੀ ਆਣਾ ਹੈ। ਸੋ ਵਿੱਚ ਡੈਮ ਜ਼ਰੂਰ ਸੀ, ਚਲੋ ਉਹਨਾਂ ਨੇ ਕੁਝ ਨਾ ਕੁਝ ਰੋਕ ਲਿਆ, ਫਿਰ ਵੀ ਸਥਿਤੀ ਅੱਜ ਵੀ ਦੇਖੋ ਸਾਡੀ ਬਹੁਤ ਵਸਟ ਹੋਈ ਪਈ ਹੈ। ਔਰ ਹਜੇ ਤੱਕ ਸਾਡੇ ਕੋਲੇ ਕੋਈ ਚਾਰਾ ਨਹੀਂ ਹੋ ਪਾ ਰਿਹਾ ਕਿ ਅਸੀਂ ਕਰੀਏ ਕੀ ਇਸ ਚੀਜ਼ ਦਾ। ਤੇ ਇਸੇ ਤਰ੍ਹਾਂ ਹੀ ਡੈਮ ਹੁਣ 7 ਫੁੱਟ ਖਾਲੀ ਹੈਗੇ ਨੇ। ਤੋ ਜੇ ਕੱਲ ਇੰਨਾ ਕੁ ਮੀਂਹ ਆਇਆ ਕਿ ਇਹ 7 ਫੁੱਟ ਫਿਰ ਭਰ ਜਾਣ ਤੇ ਪਾਣੀ ਉਧਰ ਨਾ ਜਾਏ, ਪੰਜਾਬ ਚ ਅਗਲਾ ਪਾਣੀ ਨਿਕਲ ਜਾਏ, ਉਹ ਤੱਕ ਤਾਂ ਠੀਕ ਹੈ। ਲੇਕਿਨ ਜੇ ਉਸ ਤੋਂ ਵੱਧ ਆਂਦਾ ਹੈ ਤਾਂ ਮੈਨੂੰ ਲੱਗਦਾ ਕਿ ਸਥਿਤੀ ਹੋਰ ਵਿਗੜ ਜਾਏਗੀ। ਪਾਣੀ ਫਿਰ ਛੱਡਣਾ ਪਏਗਾ, ਉਹਨਾਂ ਕੋਲ ਵੀ ਦੂਜੇ ਬਹੁਤੇ ਰਸਤੇ ਨਹੀਂ। ਮੈਂ ਭਾਸਕਰ ਸਾਹਿਬ ਤੁਹਾਡੇ ਕੋਲ ਇੱਕ ਦੋ ਬੜੀਆਂ ਅਹਿਮ ਖਬਰਾਂ ਜਿਹੜੀਆਂ ਉਹ ਲੈਣੀਆਂ ਨੇ। ਅਸੀਂ ਜ਼ਿਆਦਾ ਲੰਬਾ ਪ੍ਰੋਗਰਾਮ ਨੂੰ ਅੱਜ ਨਹੀਂ ਕਰਾਂਗੇ, ਬਹੁਤ ਸਾਰੀਆਂ ਖਬਰਾਂ ਨੂੰ ਅਸੀਂ ਛੱਡ ਰਹੇ ਹਾਂ ਕਿਉਂਕਿ ਪਹਿਲੀ ਖਬਰ ਕਾਫੀ ਲੰਬੀ ਹੋ ਗਈ ਹੈ। ਭਾਸਕਰ ਸਾਹਿਬ, ਖਬਰ ਤਾਂ CBI ਤੇ ED ਨੂੰ ਲੈ ਕੇ ਆ, ਮਾਮਲੇ ਸੁਪਰੀਮ ਕੋਰਟ ਤੋਂ ਵੀ ਸਿੱਧਤ ਆ, ਤੇ ਉਹ ਮੈਂ ਤੁਹਾਡੇ ਤੋਂ ਜਾਣਕਾਰੀ ਲੈਣਾ। ਪਰ ਉਸ ਤੋਂ ਪਹਿਲਾਂ ਜਿਹੜੇ ਸੰਨੀ ਦਿਓਲ ਨੇ ਗੁਰਦਾਸਪੁਰ ਤੋਂ MP, ਉਹਨਾਂ ਨੇ ਐਲਾਨ ਕੀਤਾ ਹੈ ਕਿ ਮੈਂ ਹੁਣ ਕੋਈ ਅਗਲੀ ਇਲੈਕਸ਼ਨ ਨਹੀਂ ਲੜਨੀ। ਭਈ ਇਹ ਐਲਾਨ ਤੁਸੀਂ ਨਾ ਵੀ ਕਰਦੇ ਤਾਂ ਮੇਰਾ ਨਹੀਂ ਖਿਆਲ ਵੀ ਇਹਦੀ ਕੋਈ ਜ਼ਰੂਰਤ ਸੀ। ਇਹ ਐਲਾਨ ਉਵੇਂ ਹੀ ਆ ਨਾ ਜਿਵੇਂ ਕਿਸੇ ਰਾਹ ਦੇ ਵਿੱਚ ਜਾਣ ਲਈ ਅੱਗੇ ਰੋਕ ਲੱਗੀ ਹੋਵੇ ਤੇ ਤੁਸੀਂ ਕਹੋ ਵੀ ਮੈਂ ਤਾਂ ਜਾਣਾ ਹੀ ਨਹੀਂ ਉੱਧਰ। ਲੋਕ ਤਾਂ ਉਡੀਕਦੇ ਆ ਕਿ ਇੱਕ ਵਾਰੀ ਦਰਸ਼ਨ ਤਾਂ ਦਿਓ ਜਨਾਬ, ਦਿੱਤੇ ਹੀ ਨਹੀਂ। ਪਰ ਉਹਨਾਂ ਨੇ ਗੱਲ ਚੰਗੀ ਕੀਤੀ ਆ। ਇਹ ਉਹਨਾਂ ਦੇ ਬਿਆਨ ਤੋਂ ਇੰਝ ਲੱਗ ਰਿਹਾ ਜਿਵੇਂ ਸਿਆਸਤ ਵਿੱਚ ਬੱਧੇ ਰੁੱਤੇ ਆਏ ਸੀ, ਉਹਨਾਂ ਨੂੰ ਫੋਰਸਲੀ ਲਿਆਂਦਾ ਗਿਆ ਸੀ। ਉਹ ਕਹਿੰਦੇ ਬੰਦਾ ਇੱਕ ਸਮੇਂ ਇੱਕੋ ਹੀ ਕੰਮ ਕਰ ਸਕਦਾ ਤੇ ਅਦਾਕਾਰੀ ਮੇਰਾ ਪੈਸ਼ਨ ਆ ਤੇ ਇਹੀ ਮੈਂ ਕਰ ਸਕਦਾ। ਮੈਂ ਸਿਆਸਤ ਵਿੱਚ ਜਦੋਂ ਹੋਊਂਗਾ ਤਾਂ ਮੈਂ ਉੱਥੇ ਨਹੀਂ ਆਪਣਾ ਪੂਰਾ ਦੇ ਪਾਊਂਗਾ ਯੋਗਦਾਨ ਤੇ ਮੈਨੂੰ ਦੁੱਖ ਲੱਗੂਗਾ, ਤੇ ਮੈਂ ਉਸੇ ਤਰ੍ਹਾਂ ਦੀ ਸਥਿਤੀ ਚੋਂ ਲੰਘਦਾ ਵੀ ਆ। ਮੈਨੂੰ ਲੱਗਦਾ ਉਹਨਾਂ ਦੀ ਫਿਲਮ ਹਿੱਟ ਹੋ ਗਈ ਹੈ। ਫਿਲਮ ਤੋਂ ਉਹਨਾਂ ਨੂੰ ਫਿਰ ਚਾਂਸ ਦਿਸਦੇ ਆ ਵੀ ਮੈਂ ਹੁਣ ਇੱਥੇ ਥੋੜਾ ਬਹੁਤਾ ਜੇ 2-4 ਸਾਲ 5 ਸਾਲ ਰੈਲੇਵੈਂਟ ਰਹਿ ਸਕਦਾ। ਚੰਗਾ ਹੋਇਆ ਸਮੇਂ ਸਿਰ ਐਲਾਨ ਤੁਸੀਂ ਕਰਤਾ, BJP ਕੋ ਆਪਣਾ ਇੰਚਾਰਜ ਹੁਣ ਲਾਵੇ ਉੱਥੇ। ਭਾਸਕਰ ਸਾਹਿਬ, ED ਤੇ ਜਿਹੜਾ CBI ਦਾ ਮਾਮਲਾ ਜ਼ਰੂਰ ਡਿਸਕਸ ਕਰਦੇ ਹੋ। ਸੰਨੀ ਦਿਓਲ ਤੇ ਜੇ 2 ਮਿੰਟ ਕੋਈ ਕਹਿਣਾ ਤਾਂ ਜ਼ਰੂਰ ਕਹਿ ਲਓ ਕਿਉਂਕਿ ਤੁਹਾਡਾ ਮਨ ਭਾਉਂਦਾ ਵਿਸ਼ਾ ਹੈ। ਦੇਖੋ, ਜਿੱਥੇ ਤੱਕ ਸਨੀ ਦਿਓਲ ਦੀ ਗੱਲ ਹੈਗੀ ਹੈ, ਜਦ ਸਨੀ ਦਿਓਲ ਉਹਨਾਂ ਇਲੈਕਸ਼ਨ ਲੜੇ ਵੀ ਸੀ ਤਦ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਲੜਨਾ ਚਾਹੁੰਦੇ ਨਹੀਂ ਸੀ। ਭਾਜਪਾ ਨੇ ਉੱਥੇ ਇੱਕ ਸੈਲੀਬ੍ਰਿਟੀ ਮੂਵ ਨੂੰ ਕੰਟੀਨਿਊ ਕਰਨ ਵਾਸਤੇ, ਕਿਉਂਕਿ ਵਿਨੋਦ ਖੰਨਾ ਉਹਨਾਂ ਦੀ ਡੈਥ ਹੋਈ ਸੀਗੀ, ਉਸ ਤੋਂ ਬਾਅਦ ਸਨੀ ਦਿਓਲ ਉਹਨਾਂ ਦਾ ਉਹ ਲਾਸਟ ਇਲੈਕਸ਼ਨ ਲੜਨਾ, ਉਹ ਆਪਣੇ ਆਪ ਵਿੱਚ ਚਲੋ ਹੁਣ ਸਨੀ ਦਿਓਲ ਉਹਨਾਂ ਨੇ ਆਪ ਹੀ ਗੱਲ ਕਰਤੀ ਹੈ, ਭਾਵੇਂ ਫਿਲਮ ਗਦਰ 2 ਹਿੱਟ ਹੋ ਗਈ, ਪਰ ਗੁਰਦਾਸਪੁਰ ਦੇ ਵਿੱਚ, ਪੰਜਾਬ ਦੇ ਵਿੱਚ ਸਨੀ ਦਿਓਲ ਨੂੰ ਲੈ ਕੇ ਕਈ ਤਰੀਕੇ ਦੇ ਪੋਸਟਰ, ਕਈ ਤਰੀਕੇ ਦੀ ਪੋਸਟ ਚਲੀਆਂ, ਜਿਹਦੇ ਵਿੱਚ ਕਹਿੰਦੇ ਸੀ ਵੀ ਤਾਰਾ ਅਗਰ ਇੰਨੀ ਵਾਰ ਪਾਕਿਸਤਾਨ ਜਾ ਸਕਦਾ ਤੇ ਗੁਰਦਾਸਪੁਰ ਆਉਣ ਵਿੱਚ ਕੀ ਰੱਖਿਆ ਹੋਇਆ। ਇਹਨਾਂ ਸਾਰੀ ਗੱਲਾਂ ਦੇ ਉੱਤੇ ਵਿਰਾਮ ਲਾਉਂਦੇ ਹੋਏ ਅਗਲਿਆਂ ਨੇ ਕਹਿ ਦਿੱਤਾ ਵੀ ਮੇਰੀ ਬੱਸ ਹੋ ਗਈ। ਔਰ ਐਦਾਂ ਦੀ ਹੀ ਬੱਸ ਉਹਨਾਂ ਦੇ ਪਿਤਾ ਦੀ ਵੀ ਹੋਈ ਸੀ, ਜਿਨ੍ਹਾਂ ਨੇ ਬੀਕਾਨੇਰ ਤੋਂ BJP ਦੀ ਟਿਕਟ ਤੇ ਇੱਕ ਵਾਰ ਇਲੈਕਸ਼ਨ ਲੜੇ ਸੀ ਤੇ ਬਾਅਦ ਚੋਂ ਹੱਥ ਜੋੜ ਕੇ ਉਹ ਕਹਿੰਦੇ ਸੀ ਮੇਰੀ ਹੋ ਗਈ ਬੱਸ। ਹੁਣ ਪਿਤਾ ਦੀ ਤੇ ਬੇਟੇ ਦੋਨਾਂ ਦੀ ਹੋ ਗਈ ਬੱਸ। ਹੁਣ ਬੈਂਕ ਆਫ ਬੜੌਦਾ ਦੇ ਵਿੱਚ ਜਿਹੜਾ ਬੰਗਲਾ ਉਹਨਾਂ ਦਾ ਗਿਰਵੀ ਪਿਆ ਸੀਗਾ, ਉਹ ਵੀ ਕਹਿੰਦੇ ਪੈਸੇ ਪੂਸੇ ਦੇ ਦੂੰਗਾ, ਫਿਲਮ ਚੱਲ ਗਈ ਹੈ। ਤੇ ਹੁਣ ਜਿਹੜੀ 25 ਤਰੀਕ ਨੂੰ ਕੁੜਕੀ ਹੋਣੀ ਸੀ, ਨਿਲਾਮੀ ਹੋਣੀ ਸੀ, ਉਹ ਵੀ ਰੁਕ ਗਈ ਹੈ। 2 ਖਬਰਾਂ ਉਹਨਾਂ ਵਾਸਤੇ ਚੰਗੀਆਂ ਹੀ ਹੈ। ਚੰਗਾ ਪੋਲਿਟਿਕਸ ਤੋਂ ਦੂਰ ਰਹਿਣ, ਬਾਕੀ ਪੰਜਾਬੀ ਛੱਡਦੇ ਨਹੀਂ। ਜੇ ਹੁਣ ਤੁਸੀਂ ਇੱਥੋਂ MP ਬਣੇ ਹੋ ਤੇ ਪੰਜਾਬੀ ਭਾਲਦੇ ਨੇ ਵੀ ਗਲੀ ਮੁਹੱਲਿਆਂ ਦੇ ਵਿੱਚ ਸਨੀ ਦਿਓਲ ਨਜ਼ਰ ਆਉਣਾ ਚਾਹੀਦਾ ਹੈ।
ਹੁਣ ਅਗਰ ਤੁਸੀਂ ਗਲੀ ਮੁਹੱਲਿਆਂ ਦੇ ਵਿੱਚ ਨਜ਼ਰ ਆਉਂਦੇ ਤੇ ਗਦਰ 2 ਕਿੰਨੀ ਕੁ ਚੱਲਦੀ। ਹੁਣ ਗੱਲ ਕਰੀਏ ਸੀਬੀਆਈ ਦੀ। ਸੀਬੀਆਈ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਪ੍ਰਵੀਨ ਸੂਦ ਜਿਹੜੇ ਕਰਨਾਟਕਾ ਦੇ ਡੀਜੀਪੀ ਹੁੰਦੇ ਸੀਗੇ, ਉਹ ਪਿਛਲੇ ਕੁਝ ਇੱਕ ਅੱਧ ਮਹੀਨੇ ਪਹਿਲੇ ਉਹਨਾਂ ਨੂੰ ਡੀਜੀਪੀ ਲਾਇਆ ਸੀ। ਉਹਨਾਂ ਨੇ ਗਾਈਡਲਾਈਨਸ ਇਸ਼ੂ ਕੀਤੀ ਹੈ ਆਪਣੇ ਸਾਰੇ ਬ੍ਰਾਂਚਸ ਦੇ ਹੈੱਡ ਨੂੰ। ਔਰ ਨਾਰਮਲੀ ਕੋਈ ਵੀ ਸੀਬੀਆਈ ਦਾ ਹੈੱਡ ਹੁੰਦਾ ਹੈ, ਉਹ ਇੱਕ ਟੀਚਾ ਦਿੰਦਾ ਹੈ, ਟਾਰਗੇਟ ਦਿੰਦਾ ਹੈ ਕਿ ਇਸ ਸਾਲ ਦੇ ਵਿੱਚ ਅਸੀਂ ਕਿਸ ਗੱਲ ਨੂੰ, ਕਿਹੜੀ ਕੇਸਿਸ ਨੂੰ ਜਿਹੜੀ ਪ੍ਰਾਇੋਰਟੀ ਦੇਣੀ ਹੈ। ਤੇ ਉਹਨਾਂ ਨੇ ਆਪਣੇ ਇਸ ਅਗਸਤ 18 ਦੇ ਆਰਡਰ ਦੇ ਵਿੱਚ ਇਹ ਗੱਲ ਸਾਫ਼ ਤੌਰ ਤੇ ਕਹਿਤੀ ਹੈ ਕਿ ਜਿਹੜੇ ਐਂਟੀ ਕਰਪਸ਼ਨ ਦੇ ਕੇਸ ਨੇ, ਕਿਉਂਕਿ ਇਲੈਕਸ਼ਨ ਦਾ ਸਾਲ ਹੈ, ਇਹਨੂੰ ਜੋੜ ਕੇ ਦੇਖਿਆ ਜਾਏ, ਹਾਲਾਂਕਿ ਉਹਨਾਂ ਨੇ ਆਪਣੇ ਆਰਡਰ ਦੇ ਵਿੱਚ ਕੁਝ ਨਹੀਂ ਕਿਹਾ ਇੱਦਾਂ ਦਾ, ਪਰ ਜਦ ਐਂਟੀ ਕਰਪਸ਼ਨ ਦੇ ਖਿਲਾਫ ਮੁਹਿੰਮ ਨੂੰ ਤੇਜ਼ ਕਰਨ ਦੀ ਗੱਲ ਕੀਤੀ ਜਾਂਦੀ ਹੈ ਔਰ ਇਕਨੋਮਿਕ ਅਫੈਂਸਿਸ ਦੀ ਗੱਲ ਕੀਤੀ ਹੈ, ਸਪੈਸ਼ਲ ਕ੍ਰਾਈਮਸ ਦੀ ਗੱਲ ਕੀਤੀ ਹੈ, ਬੈਂਕਾਂ ਦੇ ਵਿੱਚ ਹੋਣ ਵਾਲੇ ਫਰੋਡਾਂ ਦੀ ਗੱਲ ਕੀਤੀ ਹੈ, ਕਹਿੰਦੇ ਇਸ ਸਾਲ ਦੇ ਵਿੱਚ ਇਹਨਾਂ ਕੇਸਾਂ ਨੂੰ ਅਸੀਂ ਤਵੱਜੋ ਦੇਵਾਂਗੇ ਔਰ ਪ੍ਰਾਇੋਰਟੀ ਦੇ ਬੇਸ ਤੇ ਇਦਾਂ ਦੇ ਕੇਸ ਦੇ ਰਜਿਸਟਰ ਤੇ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਨਾਲ ਦੇ ਨਾਲ ਉਹਨਾਂ ਨੇ ਲਾਸਟ ਈਅਰ ਦਾ ਆંકੜਾ ਵੀ ਦਿੱਤਾ 2022 ਦਾ। 2022 ਦੇ ਵਿੱਚ ਸੀਬੀਆਈ ਕੋਲ ਟੋਟਲ 946 ਕੇਸਿਸ ਰਜਿਸਟਰਡ ਹੋਏ ਸੀ, ਜਿਹਦੇ ਵਿੱਚੋਂ 107 ਇਦਾਂ ਦੇ ਕੇਸ ਸੀਗੇ ਜਿਹੜੇ ਕੋਰਟਾਂ ਦੀ ਆਰਡਰ ਦੇ ਬੇਸ ਦੇ ਉੱਤੇ ਹੋਏ ਸੀ, ਯਾਨੀ ਕਈ ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਸੀਬੀਆਈ ਨੂੰ ਆਰਡਰ ਕੀਤਾ ਸੀਗਾ ਕਿ ਇਹਨਾਂ ਕੇਸਾਂ ਦੇ ਵਿੱਚ ਸੀਬੀਆਈ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰੇ। 30 ਇਦਾਂ ਦੇ ਕੇਸ ਸੀਗੇ ਜਿਨ੍ਹਾਂ ਦੇ ਵਿੱਚ ਸਟੇਟ ਗਵਰਨਮੈਂਟ ਦੀ ਰਿਕਮੈਂਡੇਸ਼ਨ ਹੋਈ ਸੀ, ਜਿਹਦੇ ਵਿੱਚ ਤੁਹਾਨੂੰ ਯਾਦ ਹੋਏਗਾ ਬੇਅਦਬੀ ਦਾ ਕੇਸ ਵੀ ਸ਼ੁਰੂ ਦੇ ਵਿੱਚ ਬਾਦਲਾਂ ਨੇ ਸੀਬੀਆਈ ਨੂੰ ਦੇ ਦਿੱਤਾ ਸੀਗਾ, ਬਾਦਲ ਸਰਕਾਰ ਨੇ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਦੇ ਕੇ ਵਾਪਸ ਲੈ ਲਿਆ ਸੀਗਾ। ਇਦਾਂ ਦੇ 30 ਕੇਸਿਸ ਸੀਗੇ। ਔਰ ਕਨਵਿਕਸ਼ਨ ਦੀ ਗੱਲ ਕਰੀਏ, ਕਨਵਿਕਸ਼ਨ 364 ਕੇਸਾਂ ਦੇ ਵਿੱਚ 2022 ਦੇ ਵਿੱਚ ਹੋਈ ਔਰ ਐਕਵਿਟਲ 111 ਕੇਸਿਸ ਦੇ ਵਿੱਚ। ਡਿਸਚਾਰਜ ਹੋਏ ਜਿਹੜੇ ਲੋਕ ਸੀਬੀਆਈ ਦੇ ਕੇਸਿਸ ਦੇ ਵਿੱਚ 13 ਤੇ ਡਿਸਪੋਜ਼ ਹੋ ਗਏ ਕੇਸ 69। ਇਹ ਸਾਰੀ ਗੱਲਾਂ ਦੇ ਵਿੱਚ ਕਨਵਿਕਸ਼ਨ ਰੇਟ ਦੀ ਵੀ ਗੱਲ ਸੀਬੀਆਈ ਦੇ ਡਾਇਰੈਕਟਰ ਸਾਹਿਬ ਨੇ ਕੀਤੀ ਹੈ। ਕਨਵਿਕਸ਼ਨ ਰੇਟ 2022 ਦੇ ਵਿੱਚ 74.59% ਰਿਹਾ ਔਰ ਉਹ ਉਸ ਤੋਂ ਪਹਿਲੇ 2021 ਦੇ ਵਿੱਚ 67% ਦੇ ਕਰੀਬ ਕਨਵਿਕਸ਼ਨ ਰੇਟ ਸੀ, ਯਾਨੀ ਕਨਵਿਕਸ਼ਨ ਰੇਟ ਸੀਬੀਆਈ ਦੇ ਵਿੱਚ ਵਧਿਆ। ਹੁਣ ਇਹ ਤਵੱਜੋ ਕਰਪਸ਼ਨ ਦੇ ਕੇਸਿਸ ਨੂੰ ਦਿੱਤੀ ਜਾਏਗੀ, ਇਹ ਸੀਬੀਆਈ ਦੇ ਡਾਇਰੈਕਟਰ ਸਾਹਿਬ ਨੇ ਤੈਅ ਕਰਤਾ ਹੈ ਲੈਟਰ ਲਿਖ ਕੇ। ਉਸ ਤੋਂ ਬਾਅਦ ਗੱਲ ਕਰੀਏ ਈਡੀ ਦੀ। ਤੁਹਾਨੂੰ ਯਾਦ ਹੋਏਗਾ ਪਿਛਲੇ ਦਿਨਾਂ ਦੇ ਵਿੱਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਛੱਤੀਸਗੜ੍ਹ ਦੇ ਵਿੱਚ ਈਡੀ ਬੜੀ ਤੇਜ਼ ਹੋ ਗਈ ਸੀਗੀ। ਹੁਣ ਈਡੀ ਦੇ ਉਸ ਇਨਵੈਸਟੀਗੇਸ਼ਨ, ਉਹਨਾਂ ਕੇਸਿਸ ਨੂੰ ਦਰਜ ਕਰਨ ਵਾਸਤੇ ਇੰਦਰਪ੍ਰੀਤ ਹੋਰਾਂ ਨੇ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਈਡੀ ਤਦ ਐਂਟਰ ਕਰਦੀ ਹੈ ਜਦ ਕੋਈ ਹੋਰ ਏਜੰਸੀ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰ ਦੇ। ਇਸ ਕੇਸ ਨੂੰ ਹੀ ਅੱਗੇ ਵਧਾਉਂਦੇ ਹੋਏ ਈਡੀ ਦੀ ਉਸ ਇਨਵੈਸਟੀਗੇਸ਼ਨ, ਜਿਸ ਇਨਵੈਸਟੀਗੇਸ਼ਨ ਦੇ ਬੇਸ ਤੇ ਯੂਪੀ ਦੇ ਵਿੱਚ ਫੇਕ ਹੋਲੋਗ੍ਰਾਮ ਬੋਤਲਾਂ ਦੇ ਵਿੱਚ ਛਾਪਣ ਕਰਕੇ ਇੱਕ ਕੇਸ ਯੂਪੀ ਪੁਲਿਸ ਨੇ ਵੀ ਰਜਿਸਟਰਡ ਕੀਤਾ ਸੀ। ਉਹਦੇ ਵਿੱਚ 2 ਵਿਅਕਤੀ ਅਨਿਲ ਤੇ ਯਸ਼ ਤੁਤੇਜਾ ਨਾਮ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਚੱਲ ਰਹੀ ਸੀ। ਇਹਦੇ ਵਿੱਚ ਈਡੀ ਨੇ ਆਪਣਾ ਆਰਡਰ ਸਪਸ਼ਟ ਕੀਤਾ ਕਿ ਤੁਸੀਂ ਸਟੇਟ ਦੀ ਪਾਲਿਸੀ ਦੇ ਉੱਤੇ ਈਡੀ ਦੀ ਇੰਟਰਵੈਂਸ਼ਨ ਬਿਨਾਂ ਕੋਰਟ ਦੀ ਕੌਗਨੀਜੈਂਸ ਤੇ ਜਾਂ ਕੋਈ ਹੋਰ ਕੋਈ ਇਨਵੈਸਟੀਗੇਟਿੰਗ ਏਜੰਸੀ ਨਾ ਕਰ ਰਹੀ ਹੋਏ ਤੇ ਤੁਸੀਂ ਨਹੀਂ ਕਰ ਸਕਦੇ। ਯਾਨੀ ਸੀਬੀਆਈ ਦੀ ਆਪਣੇ ਆਪ ਵਿੱਚ ਈਡੀ ਨੂੰ ਇੱਕ ਸਲਾਹ ਵੀ ਕਹਿ ਲਓ, ਆਰਡਰ ਵੀ ਕਹਿ ਲਓ, ਇਹ ਕਿ ਵੀ ਤੁਸੀਂ ਆਪਣੇ ਆਪ ਵਿੱਚ ਕਾਨੂੰਨ ਦੇ ਰੂਪ ਵਿੱਚ ਕੋਈ ਕੰਮ ਨਹੀਂ ਕਰ ਸਕਦੇ, ਤੇ ਈਡੀ ਵਾਸਤੇ ਇੱਕ ਵੱਡੀ ਗੱਲ ਹੈਗੀ। ਔਰ ਇਦਾਂ ਦਾ ਇੱਕ ਹੋਰ ਕੇਸ ਜਿਹਦਾ ਜ਼ਿਕਰ ਮੈਨੂੰ ਲੱਗਦਾ ਕਿ ਕਰਨਾ ਚਾਹੀਦਾ ਹੈ। ਗੁਜਰਾਤ ਹਾਈ ਕੋਰਟ ਨੇ ਇੱਕ ਰੇਪ ਵਿਕਟਿਮ ਜਿਹਦੀ ਪ੍ਰੈਗਨੈਂਸੀ 28 ਹਫ਼ਤੇ ਦੀ ਹੋ ਰਹੀ ਹੈ, ਉਹਨੂੰ ਰਾਹਤ ਦਿੱਤੀ ਸੀ, ਜੋ 24 ਹਫ਼ਤੇ ਦੇ ਵਿੱਚ ਕਿਸੇ ਵੀ ਰੇਪ ਵਿਕਟਿਮ ਦੀ ਪ੍ਰੈਗਨੈਂਸੀ ਨੂੰ ਟਰਮੀਨੇਟ ਕਰਨ ਦੀ ਇਜਾਜ਼ਤ ਕੋਰਟ ਦੇ ਸਕਦਾ। ਔਰ ਗੁਜਰਾਤ ਹਾਈ ਕੋਰਟ ਨੇ ਮਨਾ ਕੀਤਾ ਸੀ। ਉਸ ਗੱਲ ਦਾ ਕੌਗਨੀਜੈਂਸ ਲੈਂਦੇ ਹੋਏ ਸੁਪਰੀਮ ਕੋਰਟ ਨੇ 28 ਹਫ਼ਤੇ ਬਾਅਦ ਵੀ ਉਸ ਰੇਪ ਵਿਕਟਿਮ ਨੂੰ ਪ੍ਰੈਗਨੈਂਸੀ ਟਰਮੀਨੇਟ ਕਰਨ ਦੇ ਇੱਕ ਇਜਾਜ਼ਤ ਦੇ ਦਿੱਤੀ ਹੈ। ਇਹ ਵੀ ਆਪਣੇ ਆਪ ਵਿੱਚ ਇੱਕ ਹਿਸਟੋਰਿਕ ਫੈਸਲਾ ਹੈ, ਕਿਉਂਕਿ ਇਸ ਤੋਂ ਪਹਿਲੇ ਇਦਾਂ ਦੀ ਨਾ ਤੇ ਹਾਈ ਕੋਰਟ ਨੂੰ ਫਟਕਾਰ ਵੀ ਲਾਈ ਹੈ ਉਹਨਾਂ ਨੇ ਔਰ ਨਾਲ ਦੇ ਨਾਲ ਇਹ ਫੈਸਲਾ ਵੀ ਕੀਤਾ ਹੈ। ਇਹ ਤੇ ਹੋ ਗਈ ਸੀਬੀਆਈ ਤੇ ਈਡੀ ਦੀ ਗੱਲਾਂ। ਉਸ ਤੋਂ ਇਲਾਵਾ ਹੁਣ ਕੇਜਰੀਵਾਲ ਸਾਹਿਬ ਦੀ ਵੀ ਗੱਲ ਕਰ ਲਈ, ਹਾਲਾਂਕਿ ਤੁਸੀਂ ਮੈਨੂੰ ਹਜੇ ਪੁੱਛੀ ਨਹੀਂ ਹੈ ਖਬਰ, ਪਰ ਕੇਜਰੀਵਾਲ ਸਾਹਿਬ ਨੇ ਕੱਲ ਕਹਿਤਾ ਕਿ ਵੀ ਆਪਾਂ ਜਾਵਾਂਗੇ ਇੰਡੀਆ ਦੀ ਮੀਟਿੰਗ ਮੁੰਬਈ ਦੇ ਵਿੱਚ ਕਰਾਂਗੇ ਸੀਟਾਂ ਦਾ ਫੈਸਲਾ। ਉਹ ਵੀ ਖਾਸ ਕਰਕੇ ਤਦ ਜਦ ਦਿੱਲੀ ਦੇ ਵਿੱਚ ਤੋਬਾ ਮਚੀ ਹੋਈ ਹੈ ਕਾਂਗਰਸ ਦੇ ਲੀਡਰਾਂ ਦੇ ਵਿੱਚ, ਤੇ ਪੰਜਾਬ ਵਾਲੇ ਤੇ ਤੁਹਾਨੂੰ ਪਤਾ ਹੀ ਹੈ ਗਲੀ ਮੁਹੱਲਿਆਂ ਦੇ ਵਿੱਚ ਜਾ ਕੇ ਕਰ ਰਹੇ ਸਾਡੇ ਆਨੰਦ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਸਾਰੀ ਚੀਜ਼ਾਂ ਦੇ ਵਿੱਚ ਮੁੰਬਈ ਦੇ ਵਿੱਚ ਕੇਜਰੀਵਾਲ ਸਾਹਿਬ ਜਾਣਗੇ ਔਰ ਉੱਥੇ 1 ਸਤੰਬਰ ਤੋਂ ਬਾਅਦ ਕੋਈ ਫੈਸਲਾ ਕਰਕੇ ਉੱਠਣਗੇ ਤਾਂ ਕਿ ਪੰਜਾਬ ਦੇ ਲੀਡਰ ਜਾਂ ਫਿਰ ਦਿੱਲੀ ਦੇ ਲੀਡਰ ਜਿਹੜੇ ਕਹਿ ਰਹੇ ਨੇ ਨਾ, ਉਹਨਾਂ ਨੂੰ ਹਾਂ ਕਹਿਣ ਤੋਂ ਮਜਬੂਰ ਹੋਣਾ ਪਏ ਜਾਂ ਫਿਰ ਇਹ ਨਾ ਕੰਟੀਨਿਊ ਰਹੇਗੀ। ਇਹ ਕਾਫੀ ਅਹਿਮ ਖਬਰ ਹੈ ਔਰ ਸਿਆਸੀ ਘੇਰਿਆਂ ਦੇ ਵਿੱਚ, ਕਿਉਂਕਿ ਆਮ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਵੀ ਕੋਈ 2-4 ਤਾਂ ਸ਼ਰਤਾਂ ਲਾਉਣ, ਮਤਲਬ ਐਡੇ 2 ਰਾਜਾਂ ਦੇ ਹੁਣ ਅਗਲੇ ਕਰਤਾ ਧਰਤਾ ਨੇ। ਇੰਦਰਪ੍ਰੀਤ ਜੀ, ਖਬਰਾਂ ਤੇ 2 ਹੋਰ ਨੇ ਪਰ ਆਪਾਂ ਅੱਜ ਛੱਡ ਦਿੰਦੇ ਹਾਂ। ਮੈਨੂੰ ਲੱਗਦਾ ਹੈ ਕਿ ਸਾਰਾ ਫੋਕਸ ਜਿਹੜਾ ਉਹ ਕਿਸਾਨ ਅੰਦੋਲਨ ਦੇ ਦੁਆਲੇ ਘੁੰਮ ਰਿਹਾ, ਇਸ ਮਾਰਚ ਦੇ ਦੁਆਲੇ।
ਤੇ ਅਸੀਂ ਇਹਨਾਂ ਨੂੰ ਫਿਰ ਅਗਲੇ ਸੈਗਮੈਂਟ 'ਚ ਲਵਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ। ਥੈਂਕ ਯੂ।